ते प्रसाद सच वाहिगुरु जी की। विघ्न विनाशन श्री वाहिगुरु जी की। विघ्न विनाशन सैना मैं तंबू लगवाए किसु थान गुर विचर हाय। वाहिगुरु जी का खालसा वाहिगुरु जी की फतेह। ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਸੁਭਾਏਮਾਨ ਹੋ ਰਹੀ ਗੁਰੂ ਕੀ ਸੰਗਤ ਆਪ ਸੰਗਤਾਂ ਨੇ ਸਤਿਗੁਰਾਂ ਦੀ ਇਲਾਹੀ ਗੁਰਬਾਣੀ ਦੇ ਕੀਰਤਨ ਸਰਵਣ ਕੀਤੇ। ਮਿਲਿਆ ਹੋਇਆ ਸਮਾਂ ਮਿਲੇ ਹੋਏ ਸਵਾਸ ਸਫਲੇ ਬਣਾਏ। ਸਤਿਗੁਰਾਂ ਦੀ ਅਗੰਮੀ ਗੁਰਬਾਣੀ ਕੀਰਤਨ ਦੇ ਰੂਪ ਵਿੱਚ ਸਰਵਣ ਕੀਤੀ ਹੈ। ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀਆਂ ਦਾ ਇਤਿਹਾਸ ਸਰਵਣ ਕਰ ਰਹੇ ਹਾਂ। ਜੈਪੁਰ ਦਾ ਰਾਜਾ ਰਾਮ ਸਿੰਘ ਸਤਿਗੁਰਾਂ ਨੂੰ ਨਾਲ ਲੈ ਕੇ ਬੰਗਲਾਦੇਸ਼ ਜਾਂ ਅਸਾਮ ਇਹਨਾਂ ਇਲਾਕਿਆਂ ਨੂੰ ਜਿੱਤਣ ਵਾਸਤੇ ਚੱਲਿਆ ਹੈ। ਕਾਰਨ ਇਹ ਹੈ ਵੀ ਉਸ ਦੇਸ਼ ਦੇ ਵਿੱਚ ਬਹੁਤ ਜ਼ਿਆਦਾ ਜਾਦੂ ਟੂਣੇ ਕਰਨ ਵਾਲੇ, ਕਾਲਾ ਇਲਮ ਪੜ੍ਹਨ ਵਾਲੇ, ਭੂਤ ਪ੍ਰੇਤਾਂ ਨੂੰ ਵਸ ਕਰਨ ਵਾਲੇ ਉਸ ਇਲਾਕੇ ਵਿੱਚ ਲੋਕ ਰਹਿੰਦੇ ਨੇ। ਆਮ ਬੰਦੇ ਦੇ ਵੱਸ ਦੀ ਗੱਲ ਨਹੀਂ ਹੈ। ਇਹ ਰਾਜਾ ਮਹਾਰਾਜ ਦੇ ਕੋਲ ਆਇਆ, ਸਤਿਗੁਰੂ ਤੁਸੀਂ ਨਾਲ ਚੱਲੋ, ਤੁਸੀਂ ਨਾਲ ਹੋਵੋਗੇ ਫਿਰ ਮੈਨੂੰ ਕਿਸੇ ਜਾਦੂ ਦਾ ਕਿਸੇ ਮੰਤਰ ਦਾ ਖਤਰਾ ਨਹੀਂ ਰਹੇਗਾ। ਸਤਿਗੁਰੂ ਜੀ ਪਟਨਾ ਸਾਹਿਬ ਤੋਂ ਚੱਲੇ ਨੇ। ਵੱਖ-ਵੱਖ ਇਲਾਕਿਆਂ ਵਿੱਚ ਵਿਚਰਦੇ ਹੋਏ ਢਾਕਾ ਸ਼ਹਿਰ ਹੈ ਜਿਹੜੀ ਅੱਜ ਬੰਗਲਾਦੇਸ਼ ਦੀ ਰਾਜਧਾਨੀ ਹੈ, ਉਸ ਸ਼ਹਿਰ ਦੇ ਵਿੱਚ ਪਹੁੰਚੇ ਨੇ। ਇੱਥੇ ਕੀ ਕੌਤਕ ਕਰਨਗੇ ਆਪਾਂ ਸਰਵਣ ਕਰਾਂਗੇ। ਆਓ ਮਨ ਬਿਰਤੀਆਂ ਟਿਕਾਈਏ, ਬੜੀ ਭਾਵਨਾ ਦੇ ਨਾਲ ਸਰਵਣ ਕਰੀਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੈਨਾ ਮਹਿ ਤੰਬੂ ਲਗਵਾਏ। ਸਤਿਗੁਰੂ ਪਾਤਸ਼ਾਹ ਜਦੋਂ ਪਹੁੰਚੇ ਨਾ ਢਾਕੇ ਤੇ ਰਾਜਾ ਰਾਮ ਸਿੰਘ ਨਾਲ ਆਪਣੀ ਫੌਜ ਵਾਸਤੇ, ਆਪਣੇ ਵਜ਼ੀਰਾਂ ਵਾਸਤੇ, ਸੈਨਾਪਤੀਆਂ ਵਾਸਤੇ ਤੰਬੂ ਲਾ ਕੇ ਤੇ ਉਸ ਵੇਲੇ ਡੇਰਾ ਕੀਤਾ ਹੈ। ਕਿਸੂ ਥਾਨ ਗੁਰ ਵਿਚਰ ਹਾਏ। ਤੇ ਸਤਿਗੁਰੂ ਪਾਤਸ਼ਾਹ ਜੀਆਂ ਨੂੰ ਵੀ ਬੜਾ ਸੋਹਣਾ ਥਾਂ ਬਰਾਜਨ ਵਾਸਤੇ, ਉੱਥੇ ਸਤਿਗੁਰਾਂ ਦੇ ਰਹਿਣ ਵਾਸਤੇ ਤਿਆਰੀ ਕੀਤੀ ਹੈ। ਕਬਹੂ ਸਿੱਖ ਪ੍ਰੇਮੀ ਕੋ ਦੇਖ। ਕਦੇ ਕਦੇ ਕਿਸੇ ਪ੍ਰੇਮੀ ਸਿੱਖ ਨੂੰ ਵੇਖ ਕੇ ਤਿਨ ਕੇ ਘਰ ਉਤਰੈ ਅਵਰੇਖ। ਤੇ ਸਤਿਗੁਰੂ ਪਾਤਸ਼ਾਹ ਜੀ ਉਤਰ ਪੈਂਦੇ। ਜੇ ਕੋਈ ਸੇਵਕ ਸਿੱਖ ਆ ਜਾਂਦਾ ਨਾ ਵੀ ਮਹਾਰਾਜ ਮੇਰੇ ਘਰੇ ਚਰਨ ਪਾਓ, ਮੇਰੇ ਘਰੇ ਰਵੋ ਆ ਕੇ, ਤੇ ਸਤਿਗੁਰੂ ਫਿਰ ਚੱਲ ਕੇ ਉਹ ਸਿੱਖ ਦੇ ਘਰੇ ਰਹਿੰਦੇ ਹਨ। ਇਮ ਕੇ ਤਕ ਦਿਨ ਮਹਿ ਗੋਸਾਈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇਸ ਤਰ੍ਹਾਂ ਸੰਗਤਾਂ ਨੂੰ, ਸਿੱਖਾਂ ਨੂੰ ਉਪਦੇਸ਼ ਦਿੰਦਿਆਂ, ਯਾਤਰਾ ਕਰਦਿਆਂ ਹੋਇਆਂ, ਸਿੱਖੀ ਦਾ ਬੀਜ ਬੀਜਦਿਆਂ ਹੋਇਆਂ ਪਾਤਸ਼ਾਹ ਜੀ ਢਾਕੇ ਤੁਰੇ ਜਾਂਦੇ। ਢਾਕੇ ਪਹੁੰਚੇ ਦਲ ਸਮੁਦਾਈ। ਤੇ ਸਮੇਤ ਫੌਜ ਦੇ ਇਹ ਰਾਜਾ ਰਾਮ ਸਿੰਘ ਜਿਹੜਾ ਹੈ ਆਪਣੀ ਫੌਜ ਲੈ ਕੇ ਬੰਗਲਾਦੇਸ਼ ਢਾਕੇ ਪਹੁੰਚ ਗਿਆ ਹੈ। ਸਭ ਕੋ ਡੇਰਾ ਵਹਿਰ ਉਤਾਰਾ। ਸਾਰਿਆਂ ਦਾ ਜੋ ਡੇਰਾ ਹੈ ਉਹ ਬਾਹਰ ਉਤਾਰਾ ਕੀਤਾ। ਬਾਰ-ਬਾਰ ਸ਼ਹਿਰ ਦੇ ਫੌਜ ਜਿਹੜੀ ਹੈ ਡੇਰਾ ਲਾ ਕੇ ਬੈਠੀ ਹੈ। ਆਪ ਗੁਰੂਪੁਰ ਮੈਂ ਭਗਤਾਰਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆਪ ਜਿਹੜੇ ਨੇ ਨਗਰ ਦੇ ਵਿੱਚ ਚਰਨ ਪਾਉਣ ਵਾਸਤੇ ਪਹੁੰਚੇ ਹਨ। ਢਾਕੇ ਨਗਰ ਮਝਾਰ ਮਸੰਦ। ਇਹ ਜਿਹੜਾ ਢਾਕਾ ਸ਼ਹਿਰ ਹੈ ਨਾ ਬੰਗਲਾਦੇਸ਼ ਦੇ ਵਿੱਚ, ਬੰਗਾਲ ਦੇ ਵਿੱਚ, ਇੱਥੇ ਇੱਕ ਮਹਾਰਾਜ ਜੀਆਂ ਦਾ ਮਸੰਦ ਉਹ ਰਹਿੰਦਾ ਹੈ। ਬਸੈ ਬੁਲਾਕੀ ਦਾਸ ਬੁਲੰਦ। ਇਹਦਾ ਨਾਮ ਹੈ ਬੁਲਾਕੀ ਦਾਸ। ਇਤਿਹਾਸ ਦੇ ਵਿੱਚ ਇਸ ਮਸੰਦ ਦਾ ਨਾਮ ਇੱਥੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਚਰਨ ਪਾਏ ਸਨ, ਇਸ ਕਰਕੇ ਇੱਥੇ ਸਿੱਖੀ ਹੈ ਮਹਾਰਾਜ ਜੀਆਂ ਦੀ। ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਮਸੰਦ ਥਾਪੇ ਸਨ ਵੱਖ-ਵੱਖ ਇਲਾਕਿਆਂ ਦੇ ਗ੍ਰਾਹੀ ਇਕੱਠੀ ਕਰਨ ਵਾਲੇ। ਤੇ ਇਸ ਵੇਲੇ ਜਿਹੜਾ ਉਸ ਇਲਾਕੇ ਦਾ ਮਸੰਦ ਹੈ ਗੁਰੂ ਦੇ ਘਰ ਦਾ, ਉਹਦਾ ਨਾਮ ਬਲਾਕੀ ਦਾਸ ਢਾਕੇ ਵਿੱਚ ਰਹਿੰਦਾ ਹੈ। ਤਿਸ ਕੀ ਮਾਤ ਬਿਰਧ ਬਹੁਤਨ ਕੀ। ਇਹ ਜਿਹੜਾ ਮਸੰਦ ਹੈ ਨਾ, ਇਹਦੀ ਮਾਤਾ ਮਾਂ ਜਨਮ ਦੇਣ ਵਾਲੀ ਕਹਿਣ ਲੱਗੇ ਉਹ ਸਰੀਰ ਕਰਕੇ ਬਜ਼ੁਰਗ ਹੈ, ਸਰੀਰ ਉਸ ਦਾ ਬੁੱਢਾ ਵਡੇਰਾ ਹੋ ਗਿਆ ਹੈ। ਬੜੀ ਲਾਲਸਾ ਗੁਰਦਰਸ਼ਨ ਕੀ। ਪਰ ਉਹਦੇ ਮਨ ਵਿੱਚ ਇੱਛਾ ਬੜੀ ਸੀ, ਹੈ ਵਡੇਰੀ ਹੈ ਪਰ ਹੈ ਵਿਚਾਰੀ ਬੜੀ ਦੂਰ ਬੈਠੀ ਹੈ। ਇੱਛਾ ਇਹ ਸੀ ਵੀ ਮੈਂ ਕਿਵੇਂ ਨਾ ਕਿਵੇਂ ਗੁਰੂ ਪਾਤਸ਼ਾਹ ਦੇ ਦਰਸ਼ਨ ਕਰਾਂ।
ਇਹ ਉਹਦੇ ਮਨ ਦੀ ਭਾਵਨਾ ਹੈ। ਕਰੇ ਪ੍ਰੇਮ ਨਿਜ ਸਦਨ ਮਝਾਰਾ। ਆਪਣੇ ਘਰ ਦੇ ਵਿੱਚ ਨਾ ਹਰ ਵੇਲੇ ਮਹਾਰਾਜ ਨੂੰ ਯਾਦ ਕਰਦੀ ਹੈ। ਕਦੋਂ ਸਮਾਂ ਆਵੇਗਾ, ਕਦੋਂ ਸਮਾਂ ਆਵੇਗਾ, ਮਹਾਰਾਜ ਕਦੋਂ ਦਰਸ਼ਨ ਦੇਣਗੇ। ਆਪਣੇ ਘਰ ਦੇ ਵਿੱਚ ਬੈਠਿਆ ਹੋਇਆ ਸਤਿਗੁਰਾਂ ਨੂੰ ਯਾਦ ਕਰਦੀ ਹੈ। ਗੁਰ ਹਿਤ ਏਕ ਪ੍ਰਿਯੰਕ ਸੁਧਾਰਾ। ਇਹਨੇ ਮਹਾਰਾਜ ਦੇ ਵਾਸਤੇ ਇੱਕ ਬੜਾ ਸੋਹਣਾ ਪਲੰਘਾ ਬਣਵਾਇਆ ਮਾਤਾ ਨੇ, ਵੀ ਜੇ ਮਹਾਰਾਜ, ਜੇ ਤੇ ਕੀ ਵੀ ਮਹਾਰਾਜ ਨੇ ਆ ਹੀ ਜਾਣਾ, ਮੈਂ ਉਡੀਕਦੀ ਪਈਆਂ, ਪਰ ਜਦੋਂ ਆਉਣਗੇ ਨਾ ਤੇ ਮੈਂ ਇਸ ਪਲੰਘੇ ਤੇ ਬਿਠਾਵਾਂ। ਕੈਸੀ ਭਾਵਨਾ, ਕੈਸੀ ਸ਼ਰਧਾ ਹੈ ਗੁਰੂ ਕੇ ਸਿੱਖ ਦੇ ਮਨ ਦੇ ਵਿੱਚ। ਹੈ ਬੜੀ ਦੂਰ ਬੈਠੀ ਹੈ, ਪਰ ਭਾਵਨਾ ਇਹ ਹੈ ਵੀ ਗੁਰੂ ਮੇਰੇ ਘਰੇ ਆਵੇਗਾ ਤੇ ਫਿਰ ਮੈਂ ਇਸ ਪਲੰਘੇ ਦੇ ਉੱਪਰ ਮਹਾਰਾਜ ਦਾ ਉਤਾਰਾ ਕਰਾਉਣਾ ਹੈ। ਆਸਤਰਨ ਸੋ ਸਾਧਨ ਕਰਿਓ। ਉਹ ਜਿਹੜਾ ਪਲੰਘਾ ਹੈ ਨਾ, ਰੋਜ਼ ਉਹਦੀਆਂ ਚਾਦਰਾਂ ਬਦਲੀਆਂ ਜਾਂਦੀਆਂ, ਰੋਜ਼ ਉਸ ਦੀ ਵਿਛਾਈ ਬਦਲੀ ਜਾਂਦੀ ਹੈ। ਇਸ ਤਰ੍ਹਾਂ ਦਾ ਪਲੰਘਾ ਰੱਖਿਆ ਹੋਇਆ ਹੈ। ਸੇਜਬੰਦ ਸੰਗ ਕਸ ਕਰ ਧਰਿਓ। ਬੜਾ ਸੋਹਣਾ ਉਹ ਜਿਹੜਾ ਪਲੰਘਾ ਹੈ ਉਸ ਨੂੰ ਬੱਧਾ ਗਿਆ, ਬੜੀਆਂ ਸੋਹਣੀਆਂ ਝਾਲਰਾਂ ਉਹਦੇ ਨਾਲ ਲਾਈਆਂ ਗਈਆਂ ਹਨ। ਤਿਸ ਕੋ ਪੂਜੈ ਸੰਝ ਸਕਾਰੇ। ਤੇ ਮਾਤਾ ਉਸ ਮੰਜੇ ਦੀ ਪੂਜਾ ਹੀ ਕਰਦੀ ਪਈ ਹੈ। ਭਾਵਨਾ ਇੰਨੀ ਹੈ ਵੀ ਮੇਰੇ ਗੁਰੂ ਨੇ ਇਸ ਪਲੰਘੇ ਤੇ ਬੈਠਣਾ, ਉਸ ਪਲੰਘੇ ਦੀ ਤੇ ਮਾਤਾ ਪੂਜਾ ਵਿੱਚ ਹੀ ਲੱਗ ਗਈ ਹੈ। ਇੰਨਾ ਸਤਿਕਾਰ ਉਸ ਪਲੰਘੇ ਦਾ, ਇੰਨੀ ਸੇਵਾ ਮਾਤਾ ਕਰਦੀ ਹੈ। ਹਿਰਦੇ ਮਨੋਰਥ ਕੋਇ ਧਾਰੇ। ਮਨ ਵਿੱਚ ਮਨੋਰਥ ਕੀ ਰੱਖਿਆ, ਮਨ ਵਿੱਚ ਇੱਛਾ ਕੀ ਰੱਖੀ ਮਾਤਾ ਨੇ, ਉਹ ਦੱਸਣ ਲੱਗੇ ਹਨ। ਇਸ ਉੱਪਰ ਜਬ ਆਨ ਵਿਰਾਜੇ। ਮਾਤਾ ਦੀ ਇੱਛਾ ਇਹ ਸੀ ਵੀ ਜਦੋਂ ਮੇਰੇ ਗੁਰੂ ਇਸ ਪਲੰਘੇ ਤੇ ਆ ਕੇ ਬੈਠਣਗੇ ਨਾ, ਜਿਹੜਾ ਮੈਂ ਕੇਵਲ ਉਹਨਾਂ ਵਾਸਤੇ ਰੱਖਿਆ, ਜਦੋਂ ਮਹਾਰਾਜ ਇਸ ਪਲੰਘੇ ਤੇ ਆ ਕੇ ਬੈਠਣਗੇ ਤਬ ਮੇਰੇ ਪੂਰਨ ਸਭ ਕਾਜੇ। ਤੇ ਮੇਰੇ ਉਦੋਂ ਕੰਮ ਪੂਰੇ ਹੋਣਗੇ, ਮੇਰੇ ਮਨ ਦਾ ਮਨੋਰਥ ਉਦੋਂ ਪੂਰਾ ਹੋਵੇਗਾ ਜਦੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਰੂਪ ਗੁਰੂ ਮੇਰੇ ਘਰੇ ਆਉਣਗੇ ਨਾ, ਗੁਰਤਾ ਗੱਦੀ ਦੇ ਮਾਲਕ, ਤੇ ਜਦੋਂ ਇਸ ਪਲੰਘੇ ਤੇ ਬੈਠਣਗੇ ਮੈਂ ਉਦੋਂ ਜਾਣਾਂਗੀ ਵੀ ਮੇਰਾ ਜੀਵਨ ਸਫਲਾ ਹੋ ਗਿਆ, ਮੇਰੇ ਮਨ ਦੀਆਂ ਤਮੰਨਾ ਪੂਰੀਆਂ ਹੋ ਗਈਆਂ ਹਨ। ਤੂਲ ਸੁਧਾਰੇ ਆਪਣੇ ਹੱਥ। ਤੇ ਆਪਣੇ ਹੱਥਾਂ ਦੇ ਨਾਲ ਤੂਲ ਕਹੀਏ ਜਿਹੜੀ ਰੋਈ ਹੈ ਨਾ, ਮਾਤਾ ਨੇ ਕੀ ਕੀਤਾ ਕਿ ਮੰਗਾ ਕੇ ਬਾਹਰੋਂ ਕਪਾਹ, ਤੇ ਕਪਾਹ ਦੇ ਵਿੱਚੋਂ ਰੋਈ ਲੈ ਕੇ ਆਪਣੇ ਹੱਥਾਂ ਦੇ ਨਾਲ ਪੁਨ ਕਾਤਿਓ ਸੂਖਮ ਹਿਤ ਸਾਥ। ਤੇ ਉਸ ਰੋਈ ਨੂੰ ਕੱਤ ਕੇ ਚਰਖੇ ਦੇ ਨਾਲੇ ਮਾਤਾ ਨਾਮ ਜਪਦੀ ਹੈ, ਬਾਣੀ ਪੜ੍ਹਦੀ ਹੈ, ਕੱਤ ਕੇ ਉਹਦਾ ਸੂਤ ਬਣਾਇਆ। ਉਸ ਰੋਈ ਨੂੰ ਆਪਣੇ ਹੱਥਾਂ ਦੇ ਨਾਲ ਪ੍ਰੇਮ ਧਾਰ ਸੋ ਬਸਤਰ ਬਣਾਵਾ। ਬੜੇ ਪ੍ਰੇਮ ਦੇ ਨਾਲ ਨਾ ਮਹਾਰਾਜ ਦਾ ਇੱਕ ਬਸਤਰ ਬਣਾਇਆ, ਆਪਣੇ ਹੱਥਾਂ ਦੇ ਨਾਲ ਮਿਹਨਤ ਕਰਕੇ। ਭਾਵਨਾ ਕਿੰਨੀ ਹੈ, ਆਪ ਬਾਜ਼ਾਰੋਂ ਜਾ ਕੇ ਰੂਈ ਲਿਆਂਦੀ ਹੈ, ਉਹਨੂੰ ਚਰਖੇ ਤੇ ਕੱਤਿਆ, ਤੇ ਚਰਖੇ ਤੇ ਕੱਤ ਕੇ ਤੇ ਫਿਰ ਉਸ ਦੀ ਰੂਈ ਦੇ ਨਾਲ ਇੱਕ ਸੋਹਣਾ ਬਸਤਰ ਬਣਾਇਆ ਵੀ ਮੈਂ ਇਹ ਮੇਰੇ ਗੁਰੂ ਨੂੰ ਦੇਣਾ। ਇਹ ਹੈ ਸਿੱਖ ਦੀ ਭਾਵਨਾ, ਮੇਰੇ ਗੁਰੂ ਦਾ ਬਸਤਰ ਸੋਹਣਾ ਹੋਵੇ। ਅੱਜ ਦੇ ਸਿੱਖ ਦੀ ਭਾਵਨਾ ਉਹ ਸਿੱਖ ਵਰਗੀ ਨਹੀਂ ਹੈ। ਅੱਜ ਅਸੀਂ ਜਾਂਦੇ ਹਾਂ ਨਾ ਬਾਜ਼ਾਰ ਦੇ ਵਿੱਚ, ਆਪਣੇ ਵਾਸਤੇ ਕੱਪੜਾ ਲੈਣਾ ਤੇ ਉਹਦਾ ਬ੍ਰਾਂਡ ਵੇਖਿਆ ਜਾਂਦਾ, ਕਿੰਨਾ ਮਹਿੰਗਾ ਇਹ ਵੇਖਿਆ ਜਾਂਦਾ। ਮੇਰਾ ਸੂਟ, ਮੇਰਾ ਕੱਪੜਾ ਕਿਸੇ ਵਰਗਾ ਨਾ ਹੋਵੇ। ਮੈਂ ਕੋਈ ਜੈਕਟ ਪਾਈ ਹੈ, ਕੋਈ ਜੁੱਤਾ ਪਾਇਆ, ਮਹਿੰਗਾ ਹੋਵੇ। ਤੇ ਜਦੋਂ ਫਿਰ ਗੁਰੂ ਨੂੰ ਦੇਣ ਦੀ ਗੱਲ ਆਉਂਦੀ ਗੁਰੂ ਵਾਸਤੇ, ਫਿਰ ਆਖੀਦਾ ਵੀ ਜਿਹੜਾ ਸਸਤਾ ਰੁਮਾਲਾ ਨਾ 150 ਵਾਲਾ ਉਹ ਦੇ, ਫਿਰ ਉਹ ਆਉਂਦਾ। ਇਹ ਹੈ ਸਾਡੀ ਅੱਜ ਦੀ ਸੋਚ ਵੀ ਕੇਵਲ ਨਾ ਹੀ ਕਰਨਾ, ਤੇ ਜੇ ਨਾ ਹੀ ਕਰਨਾ ਭਾਵਨਾ ਕਿੰਨੀ ਕੁ ਹੈ ਸਾਨੂੰ ਸਮਝ ਆ ਗਈ ਹੈ। ਤੇ ਜੇ ਸਾਡੀ ਭਾਵਨਾ ਇੰਨੀ ਕੁ ਹੈ ਤੇ ਫਿਰ ਇਛਾਵਾਂ ਵੀ ਉਨੀਆਂ ਕੁ ਹੀ ਪੂਰੀਆਂ ਹੁੰਦੀਆਂ। ਗੁਰੂ ਨੂੰ ਪਦਾਰਥਾਂ ਦੀ ਕਮੀ ਨਹੀਂ ਹੈ, ਗੁਰੂ ਪਦਾਰਥਾਂ ਵਿੱਚ ਬੱਝਾ ਨਹੀਂ ਹੋਇਆ, ਪਰ ਤੇਰੀ ਆਸਾ ਕਿਹੋ ਜਿਹੀ ਹੈ, ਮਨਸ਼ਾ ਕਿਹੋ ਜਿਹੀ ਹੈ, ਸੋਚ ਕਿਹੋ ਜਿਹੀ ਹੈ, ਸ਼ਰਧਾ ਕਿਹੋ ਜਿਹੀ, ਉਹ ਪਤਾ ਲੱਗੇਗਾ ਵੀ ਤੂੰ ਕੀ ਲੈ ਕੇ ਆਇਆ। ਇੱਕ ਮਹਾਰਾਜ ਦੇ ਸਿੱਖ ਕੋਲ ਆਇਆ ਘਾਈ, 6ਵੇਂ ਪਾਤਸ਼ਾਹ ਦੇ ਕੋਲ 1 ਟਕਾ, ਉਹਦੇ ਕੋਲ ਇੱਕੋ ਹੀ ਟਕਾ ਸੀਗਾ, ਮਿਹਨਤ ਦਾ, ਮਜ਼ਦੂਰੀ ਦਾ, ਉਹਦਾ 1 ਟਕਾ ਪ੍ਰਵਾਨ ਹੋ ਗਿਆ। ਤੇ ਜੇ ਤੂੰ ਇਹ ਗੱਲ ਆਖੇ ਵੀ ਉਹਨੇ ਤੇ 1 ਟਕਾ ਦਿੱਤਾ ਸੀ ਤੇ ਮੈਂ ਤੇ 150 ਲਾਇਆ, ਪਰ ਉਹਦੇ ਕੋਲ ਤੇ ਟਕਾ ਹੀ 1 ਸੀ ਨਾ, ਫਿਰ ਵੀ ਉਹਨੇ ਦਿੱਤਾ, ਤੇਰੇ ਕੋਲ ਤੇ ਪਤਾ ਨਹੀਂ ਕਿੰਨੇ ਕੋਲ। ਆਪ ਤੇ 10,000 ਦਾ ਪਾਈ ਬੈਠਾ, ਗੁਰੂ ਵਾਸਤੇ 50 ਦਾ ਲੈ ਕੇ ਆਉਣਾ, ਫਿਰ ਭਾਵਨਾ ਤੇ ਨਾਨਾ ਕੋਈ ਹੋਈ, ਉਹ ਤਾਂ ਖਾਨਾ ਪੂਰਤੀ ਹੋ ਗਈ ਨਾ। ਇਹ ਹੈ ਅੱਜ ਦੀ ਵਿਚਾਰ। ਪਰ ਮਾਤਾ ਨੇ ਆਪਣੇ ਹੱਥਾਂ ਨਾਲ ਰੂਈ ਲੈ ਕੇ ਚਰਖੇ ਤੇ ਕਿੰਨੇ ਦਿਨ ਲਾਏ ਕੱਤਦਿਆਂ ਬੁੱਢੇ ਸਰੀਰ ਦੇ ਨਾਲ। ਫਿਰ ਉਹਦਾ ਸੂਤ ਬਣਾਇਆ, ਸੂਤ ਬਣਾ ਕੇ ਫਿਰ ਬਸਤਰ ਬਣਾਇਆ ਵੀ ਗੁਰੂ ਆਵੇਗਾ ਤੇ ਮੈਂ ਇਹ ਭੇਟ ਕਰਾਂਗੀ। ਐਸੀ ਤਿਆਰੀ ਕਰਕੇ ਬੈਠੀ ਹੈ। ਗੁਰਹਿਤ ਪੌਸ਼ਿਸ਼ ਸਕਲ ਬਣਾਵਾ। ਮਹਾਰਾਜ ਦੇ ਵਾਸਤੇ ਨਾ ਪੁਸ਼ਾਕ ਬਣਾਈ ਗਲ ਵਿੱਚ ਪਾਉਣ ਵਾਸਤੇ।
ਤੇ ਜਦੋਂ ਇੰਨੀ ਭਾਵਨਾ ਨਾਲ ਬਣਾਵੇਂਗਾ ਨਾ ਫਿਰ ਗੁਰੂ ਕੋਲ ਜਾਣ ਦੀ ਲੋੜ ਨਹੀਂ ਪੈਂਦੀ, ਗੁਰੂ ਆਪ ਚੱਲ ਕੇ ਆ ਜਾਂਦਾ ਹੈ, ਬਣਾ ਕੇ ਬੈਠੀ ਹੋਈ ਹੈ। ਧੂਪ ਦੀਪ ਪੂਜਾ ਨਿਤ ਕਰੈ। ਉਹ ਜਿਹੜੀ ਪੁਸ਼ਾਕ ਮਹਾਰਾਜ ਦੀ ਬਣਾਈ ਹੈ ਨਾ, ਉਹਨੂੰ ਰੋਜ਼ ਧੂਫ ਦਿਖਾਉਂਦੀ ਹੈ, ਉਹਦੀ ਰੋਜ਼ ਸੇਵਾ ਕਰਦੀ ਹੈ, ਰੋਜ਼ ਉਹਦੀ ਤਹਿ ਸਵਾਰਦੀ ਹੈ, ਰੋਜ਼ ਉਹਨੂੰ ਬਦਲ ਬਦਲ ਕੇ ਥਾਵਾਂ ਤੇ ਰੱਖਦੀ ਹੈ ਵੀ ਇਹ ਮੇਰੇ ਗੁਰੂ ਦੀ ਪੁਸ਼ਾਕ ਤੇ ਮੈਂ ਭੇਟ ਕਰਨੀ ਹੈ। ਦਰਸ਼ਨ ਆਸ ਧਿਆਨ ਪੁਨ ਧਰੈ। ਇਸ ਤਰ੍ਹਾਂ ਮਨ ਵਿੱਚ ਆਸਾ ਰੱਖ ਕੇ ਗੁਰੂ ਦੇ ਪ੍ਰਤੀ ਸ਼ਰਧਾ ਰੱਖ ਕੇ ਬੈਠੀ ਹੋਈ ਹੈ। ਬੁਲਾ ਮਮ ਭਈ ਬਤੀ। ਹੁਣ ਅਰਦਾਸ ਕਰਨ ਲੱਗ ਪਈ। ਜਿਵੇਂ ਜਿਵੇਂ ਮਾਤਾ ਦੀ ਉਮਰ ਵੱਡੀ ਹੁੰਦੀ ਜਾਂਦੀ ਹੈ ਨਾ, ਵੈਸੇ ਤੇ ਮਰਨ ਦਾ ਕੋਈ ਪਤਾ ਨਹੀਂ ਹੈ। ਰੱਬ ਨੇ ਬਚਪਨ ਵਿੱਚ ਲੈ ਜਾਣਾ, ਜਵਾਨੀ ਵਿੱਚ ਲੈ ਜਾਣਾ, ਕਿ ਬੁੱਢੇ ਬਾਰੇ ਲੈ ਜਾਣਾ। ਕਈ ਵਾਰੀ ਅਸੀਂ ਬੁੱਢੇ ਹੋ ਕੇ ਵੀ ਨਾ ਰੱਬ ਨੂੰ ਉਲਾਂਭੇ ਹੀ ਦਿੰਦੇ ਆ, ਰੱਬਾ ਤੂੰ ਇਹ ਨਹੀਂ ਕੀਤਾ, ਤੂੰ ਉਹ ਨਹੀਂ ਕੀਤਾ, ਜਾਂ ਮੈਂ ਬੁੱਢਾ ਕਿਉਂ ਹੋ ਗਿਆ। ਪਰ ਅਸੀਂ ਇਹ ਭੁੱਲ ਜਾਂਦੇ ਆ ਵੀ ਮੈਂ ਬੜਾ ਕਰਮਾਂ ਵਾਲਾ ਜਿਹੜਾ ਇੱਥੋਂ ਤੱਕ ਪਹੁੰਚ ਗਿਆ। ਕਈਆਂ ਨੂੰ ਤੇ ਜਵਾਨੀ ਵੇਖਣੀ ਨਹੀਂ ਮਿਲੀ ਹੈ ਤੇ ਕਈਆਂ ਨੂੰ ਵਡੇਪਾ ਵੇਖਣਾ ਵੀ ਨਹੀਂ ਮਿਲਿਆ, ਪਹਿਲਾਂ ਹੀ ਦੁਨੀਆ ਛੱਡ ਕੇ ਤੁਰ ਗਿਆ। ਤੂੰ ਇੱਥੋਂ ਤੱਕ ਪਹੁੰਚ ਤੇ ਗਿਆ ਨਾ, ਤੈਨੂੰ ਉਮਰਾਂ ਤੇ ਇੰਨੀ ਦੇ ਛੱਡੀ ਹੈ ਨਾ ਉਹਨੇ। ਮੌਤ ਦਾ ਵੈਸੇ ਕੋਈ ਪਤਾ ਨਹੀਂ ਹੈ। ਰਾਜਾ ਪਰਜਾ ਸਮ ਕਰ ਮਾਰੈ, ਐਸੋ ਕਾਲ ਬਡਾਨੀ ਰੇ। ਰੱਬ ਦਾ ਫਰਿਸ਼ਤਾ ਮੌਤ ਦਾ ਬਲ ਵਾਲਾ, ਭਾਵੇਂ ਗਰੀਬ ਹੈ ਭਾਵੇਂ ਅਮੀਰ ਹੈ, ਮੌਤ ਜਦੋਂ ਆਉਣੀ ਆ ਜਾਣੀ ਹੈ। ਪਰ ਜਦੋਂ ਬੰਦਾ ਬੁੱਢਾ ਹੋ ਜਾਂਦਾ ਨਾ, ਫਿਰ ਤੇ ਬੰਦੇ ਨੂੰ ਦਿਸਦਾ ਵੀ ਹੁਣ ਇਸ ਤੋਂ ਅੱਗੇ ਤੇ ਕੀ ਹੋਣਾ, ਹੁਣ ਤੇ ਦੁਨੀਆ ਹੀ ਛੱਡਣੀ ਹੈ। ਮਾਤਾ ਵਿਚਾਰੀ ਵਡੇਰੀ ਹੋ ਗਈ ਹੈ, ਬੁੱਢੀ ਹੋ ਗਈ ਹੈ, ਤੇ ਹੁਣ ਸੋਚਣ ਲੱਗ ਪਈ ਹੈ ਵੀ ਮਹਾਰਾਜ ਇਹ ਨਾ ਕਿਤੇ ਹੋਵੇ ਵੀ ਮੈਨੂੰ ਇਹ ਸਰੀਰ ਛੱਡਣ ਤੋਂ ਪਹਿਲਾਂ ਤੁਸੀਂ ਆਓ ਹੀ ਨਾ। ਮੇਰਾ ਜਿੰਨਾ ਚਿਰ ਸਰੀਰ ਹੈਗਾ ਨਾ, ਇਸੇ ਉਮਰਾਂ ਦੇ ਵਿੱਚ, ਇਸੇ ਜਨਮ ਦੇ ਵਿੱਚ ਆਪ ਜੀ ਮਿਲਣਾ ਕਰੋ। ਨਿਤ ਪ੍ਰਤ ਵਧੈ ਗੁਰੂ ਪਗ ਪ੍ਰੀਤ। ਜਿਵੇਂ ਜਿਵੇਂ ਉਮਰਾਂ ਵੱਧਦੀ ਹੈ, ਮਾਤਾ ਦੀ ਭਾਵਨਾ ਵੀ ਉਵੇਂ ਉਵੇਂ ਵੱਧਦੀ ਹੈ ਵੀ ਕਦੋਂ ਤੇ ਕਿਵੇਂ ਮੇਰੇ ਗੁਰੂ ਮੈਨੂੰ ਦਰਸ਼ਨ ਦੇਣਗੇ। ਕਰੁਣਾ ਕਰ ਗੁਰ ਮਮ ਘਰ ਆਵੇ। ਕਿਰਪਾ ਕਰਨ ਤੇ ਮਹਾਰਾਜ ਮੇਰੇ ਘਰ ਵਿੱਚ ਆ ਜਾਣ। ਇਸ ਪ੍ਰਿਯੰਕ ਪਰ ਬੈਠ ਸੁਣਾ। ਇਸ ਪਲੰਘੇ ਤੇ ਆ ਕੇ ਬੈਠਣ। ਮਾਤਾ ਦੀ ਭਾਵਨਾ ਇਹ ਹੈ, ਸਾਰੇ ਪਰਿਵਾਰ ਨੂੰ ਦੱਸਿਆ ਵੀ ਇਸ ਪਲੰਘੇ ਤੇ ਕਿਸੇ ਨੇ ਬੈਠਣਾ ਨਹੀਂ, ਇਸ ਪਲੰਘੇ ਤੇ ਆ ਕੇ ਮੇਰੇ ਗੁਰੂ ਨੇ ਬਿਰਾਜਣਾ ਹੈ। ਪੌਸ਼ਿਸ਼ ਕੋ ਮਮਹਾਤ। ਤੇ ਇਹ ਮੈਂ ਪੁਸ਼ਾਕ ਬਣਾਈ ਹੈ, ਪੁਸ਼ਾਕ ਇਹ ਚੋਲਾ ਗਲ ਦਾ ਬਸਤਰ ਮੇਰੇ ਹੱਥਾਂ ਦਾ ਬਣਾਇਆ ਹੋਇਆ ਮੇਰੇ ਗੁਰੂ ਨੇ ਪਹਿਨਣਾ ਹੈ। ਕਰੈ ਆਹਾਰ ਇਹਾਂ ਗੁਰਨਾਥ। ਇੱਥੇ ਪਲੰਘੇ ਤੇ ਬੈਠਣਗੇ, ਆ ਮੇਰੇ ਹੱਥ ਦਾ ਬਣਿਆ ਚੋਲਾ ਪਾਉਣਗੇ, ਫਿਰ ਇਸ ਪਲੰਘੇ ਤੇ ਬੈਠ ਕੇ ਮੇਰੇ ਹੱਥਾਂ ਦਾ ਬਣਾਇਆ ਹੋਇਆ ਭੋਜਨ ਮੇਰਾ ਗੁਰੂ ਛਕੇਗਾ। ਇਹ ਮਾਤਾ ਦੀ ਭਾਵਨਾ ਤੇ ਇਸ ਤਰ੍ਹਾਂ ਉਡੀਕਦੀ ਹੈ। ਲੱਖ ਕਰ ਗਮਨੇ ਅੰਤਰਜਾਮੀ। ਹੁਣ ਸਤਿਗੁਰਾਂ ਨੂੰ ਤੇ ਭਾਵਨਾ ਦੀ ਹੈ ਨਾ, ਤੇ ਭਾਵਨਾ ਤੇ ਮਹਾਰਾਜ ਵੇਖ ਲੈਂਦੇ, ਦੱਸਣਾ ਥੋੜੀ ਪੈਂਦਾ। ਵਫਾਦਾਰੀ ਕਹਿ ਕੇ ਨਹੀਂ ਦੱਸੀ ਜਾਂਦੀ, ਪ੍ਰੇਮ ਕਹਿ ਕੇ ਨਹੀਂ ਦੱਸਿਆ ਜਾਂਦਾ। ਵਫਾਦਾਰੀ ਤੇ ਪ੍ਰੇਮ ਕਹਿਣ ਤੋਂ ਬਿਨਾਂ ਹੀ ਪਤਾ ਲੱਗ ਜਾਂਦਾ। ਹੁਣ ਮਾਤਾ ਜੇ ਪ੍ਰੇਮ ਕਰਦੀ ਹੈ ਤੇ ਮਾਤਾ ਹੁਣ ਕੋਠੇ ਤੇ ਚੜ੍ਹ ਕੇ ਰੌਲਾ ਥੋੜੀ ਪਾਏਗੀ ਵੀ ਮੇਰੇ 'ਚ ਬੜਾ ਭਾਵਨਾ ਗੁਰੂ ਦੇ ਪ੍ਰਤੀ। ਉਹਦੀ ਭਾਵਨਾ ਨੇ ਗੁਰੂ ਨੂੰ ਖਿੱਚਿਆ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ। ਸਤਿਗੁਰੂ ਤੇ ਸਾਰਿਆਂ ਦੀ ਪੀੜਾ ਨੂੰ ਜਾਣਦੇ ਨੇ, ਕਿਹਨੂੰ ਦੁੱਖ ਹੈ ਕਿਹਨੂੰ ਸੁੱਖ ਹੈ। ਮਾਤਾ ਦੀ ਭਾਵਨਾ ਵੇਖ ਕੇ ਮਹਾਰਾਜ ਇਸ ਨੂੰ ਮਿਲਣ ਵਾਸਤੇ, ਇਸ ਨੂੰ ਦਰਸ਼ਨ ਦੇਣ ਵਾਸਤੇ ਲੀਨਸ ਤਿਸ ਘਰ ਕੋ ਮਗ ਸੁਆਮੀ। ਮਹਾਰਾਜ ਸਿੱਖਾਂ ਨੂੰ ਕਹਿੰਦੇ ਚਲੋ ਭਾਈ ਆਪਾਂ ਇੱਕ ਘਰ ਜਾਣਾ ਹੈ। ਜਿਹੜਾ ਰਸਤਾ ਇਸ ਮਾਤਾ ਦੇ ਘਰ ਨੂੰ ਆਉਂਦਾ ਸੀ ਨਾ, ਮਹਾਰਾਜ ਉਸ ਗਲੀ ਦੇ ਵਿੱਚ ਉਸ ਰਸਤੇ ਤੇ ਚੱਲੇ ਹਨ। ਜਾਏ ਠਾਂਡ ਹੋਏ ਤਿਸ ਪੌਰ। ਤੇ ਚਲਦਿਆਂ ਚਲਦਿਆਂ ਬਿਨਾਂ ਬੁਲਾਏ, ਸਾਡੇ ਘਰ ਵਿੱਚ ਕੋਈ ਮਹਿਮਾਨ ਆਉਣਾ ਹੋਵੇ ਨਾ, ਤੇ ਉਹ ਵੀ ਜਿੰਨਾ ਚਿਰ ਅਸੀਂ ਆਖੀਏ ਨਾ ਆਉਂਦਾ ਨਹੀਂ, ਭਾਵੇਂ ਸਕਾ ਹੀ ਰਿਸ਼ਤੇਦਾਰ ਹੋਵੇ, ਉਹਨੂੰ ਵੀ ਪਹਿਲਾਂ ਕਹਿਣਾ ਪੈਂਦਾ ਫੇਰ ਆਉਂਦਾ। ਪਰ ਗੁਰੂ ਕਿਹੋ ਜਿਹਾ, ਸਿੱਖ ਨੂੰ ਕਹਿਣ ਦੀ ਵੀ ਲੋੜ ਨਹੀਂ ਹੈ, ਮਨ 'ਚੋਂ ਹੀ ਯਾਦ ਕੀਤਾ। ਤੇ ਮਹਾਰਾਜ ਇਹਦੇ ਦਰਵਾਜ਼ੇ ਤੇ ਜਾ ਕੇ ਖੜੇ ਹੋ ਗਏ। ਸੁਧ ਭੇਜੀ ਅੰਤਰ ਜਿਸ ਠੌਰ। ਤੇ ਜਿੱਥੇ ਮਾਤਾ ਬੈਠੀ, ਪਰਿਵਾਰ ਬੈਠਾ ਸੀ, ਇੱਕ ਸਿੱਖ ਦੇ ਰਾਹੀਂ ਖਬਰ ਭੇਜੀ ਵੀ ਭਾਈ ਅਸੀਂ ਆਏ ਹਾਂ। ਹਰ ਵਰਾਏ ਸੁਨ ਤੂਰਨ ਆਈ। ਜਦੋਂ ਮਾਤਾ ਨੇ ਇਹ ਸੁਣਿਆ ਨਾ ਵੀ ਮੇਰਾ ਗੁਰੂ ਆ ਗਿਆ, ਜਿਹਨੂੰ ਮੈਂ ਸਾਰੀ ਉਮਰਾਂ ਤੋਂ ਉਡੀਕਦੀ ਰਹੀ ਹਾਂ, ਜਿਹਦੇ ਵਾਸਤੇ ਪਲੰਘਾ ਬਣਾਇਆ, ਜਿਹਦੇ ਵਾਸਤੇ ਪੁਸ਼ਾਕ ਬਣਾਈ ਹੈ, ਜਿਹੜੇ ਮੈਂ ਸੁਪਨੇ ਮਨ ਵਿੱਚ ਸੰਜੋਏ ਹੋਏ ਸੀ ਵੀ ਇਸ ਪਲੰਘੇ ਤੇ ਬੈਠ ਕੇ ਮਹਾਰਾਜ ਭੋਜਨ ਛਕਣਗੇ, ਅੱਜ ਉਹ ਗੁਰੂ ਮੇਰੇ ਦਰਵਾਜ਼ੇ ਤੇ ਆਇਆ। ਕਹਿਣ ਲੱਗੇ ਮਾਤਾ ਹੜਬੜਾ ਕੇ ਛੇਤੀ ਦੇ ਨਾਲ, ਕਾਹਲੀ ਦੇ ਨਾਲ ਜਿੱਥੇ ਬੈਠੀ ਸੀ ਨਾ, ਉੱਥੋਂ ਉੱਠ ਕੇ ਤੇ ਭਾਜੀ ਪਈ ਦਰਵਾਜ਼ੇ ਵੱਲ ਨੂੰ, ਜਿਸ ਦਰਵਾਜ਼ੇ ਤੇ ਸਤਿਗੁਰੂ ਖਲੋਤੇ ਹੋਏ ਸਨ। ਚਰਨ ਕਮਲ ਗਏ ਕਰ ਲਪਟਾਈ। ਆਉਂਦਿਆਂ ਹੀ ਇਹਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀਆਂ ਦੇ ਚਰਨ ਫੜ ਲੈ ਤੇ ਚਰਨਾਂ ਤੇ ਮੱਥਾ ਟੇਕਿਆ ਹੈ। ਆਜ ਘਰੀ ਪਰ ਮੈਂ ਬਲਿਹਾਰੀ। ਕਹਿਣ ਲੱਗੀ ਮਹਾਰਾਜ ਉਮਰਾਂ ਤੇ ਮੇਰੀ ਬੜੇ ਸਾਲਾਂ ਦੀ ਹੈ, ਬੜੇ ਸਾਲਾਂ ਦੀ ਬੜੀ ਲੰਮੀ ਉਮਰਾਂ ਦੇ ਵਿੱਚੋਂ ਅੱਜ ਆ ਜਿਹੜੇ ਮੈਨੂੰ ਮਿੰਟ ਮਿਲੇ ਨੇ ਨਾ, ਆ ਜਿਹੜੀ ਘੜੀ ਮਿਲੀ ਹੈ ਨਾ ਤੁਹਾਡੇ ਚਰਨਾਂ ਦੇ ਉੱਤੇ ਡਿੱਗਣ ਦੀ, ਮਿਲਣ ਦੀ, ਮੱਥਾ ਟੇਕਣ ਦੀ, ਦਰਸ਼ਨ ਕਰਨ ਦੀ, ਸਭ ਤੋਂ ਘੜੀ ਸੁਲੱਖਣੀ ਇਹ ਹੈ। ਇਹ ਹੈ ਸਫਲੀ ਮੇਰੇ ਜੀਵਨ ਦੀ ਘੜੀ।
ਇਹ ਹੈ ਸਮਾਂ ਸਫਲਾ। ਉਮਰਾਂ ਤੇ ਬੜੀ ਰੱਬ ਨੇ ਦਿੱਤੀ ਹੈ, ਵਡੇਰੀ ਹੋ ਗਈਆਂ, ਪਰ ਉਹ ਸਾਰੀ ਉਮਰਾਂ ਦੇ ਵਿੱਚ ਦੁੱਖ ਹੀ ਵੇਖੇ, ਮੁਸੀਬਤਾਂ ਵੇਖੀਆਂ, ਸੰਕਟ ਵੇਖੇ। ਪਰ ਆਹ ਸਮਾਂ ਮੇਰਾ ਸਫਲਾ ਹੈ, ਜਿਸ ਸਮੇਂ ਦੇ ਵਿੱਚ ਮੈਨੂੰ ਤੁਹਾਡੇ ਦਰਸ਼ਨ ਹੋਏ ਨੇ। ਬਲਹਾਰ ਜਾਈ ਉਸ ਵੇਲਾ ਸੁਹਾਈ, ਜਿਤ ਤੁਮਰੈ ਦੁਆਰੈ ਆਇਆ। ਮੇਰਾ ਉਹ ਸਮਾਂ, ਮੈਂ ਕੁਰਬਾਨ ਜਾਵਾਂ ਉਸ ਸਮੇਂ ਤੋਂ, ਉਸ ਘੜੀ ਤੋਂ, ਜਿਸ ਸਮੇਂ ਮੈਂ ਗੁਰੂ ਦੇ ਦਰਸ਼ਨਾਂ ਨੂੰ ਆਇਆ ਹਾਂ। ਜਿਸ ਤੇ ਪੁਰਵੀ ਆਸ ਹਮਾਰੀ, ਮਹਾਰਾਜ ਤੁਹਾਡੇ ਆਉਣ ਕਰਕੇ ਮੇਰੇ ਮਨ ਦੀ ਇੱਛਾ ਪੂਰੀ ਹੋ ਗਈ ਹੈ। ਤਿਸ ਪਰਿਅੰਕ ਪਰ ਆਨ ਬਿਠਾਏ। ਜਿਹੜਾ ਪਲੰਘਾ ਰੱਖਿਆ ਸੀ ਨਾ, ਆਪਾਂ ਇਤਿਹਾਸ ਵਿੱਚ ਸੁਣਦੇ ਆ ਰਹੇ ਹਾਂ, ਬੜਾ ਸੋਹਣਾ ਪਲੰਘ ਬਣਾਇਆ, ਉਸ ਪਲੰਘ ਦੇ ਉੱਪਰ ਮਹਾਰਾਜ ਨੂੰ ਬਿਠਾਇਆ ਹੈ। ਹਰਖਤ ਚਾਰ ਬਸਤਰ ਨਿਕਸਾਏ। ਤੇ ਉਹ ਜਿਹੜੇ ਸੋਹਣੇ ਬਸਤਰ ਬਣਾਏ ਸੀ ਨਾ, ਗਲ ਵਿੱਚ ਪਵਾਉਣ ਵਾਸਤੇ ਸਜਾ ਕੇ ਆਪਣੇ ਘਰ ਵਿੱਚ ਰੱਖੇ ਹੋਏ, ਮਾਤਾ ਛੇਤੀ ਦੇ ਨਾਲ ਸੰਦੂਖ ਵਿੱਚੋਂ ਕੱਢ ਕੇ ਲਿਆਈ ਹੈ। ਆਪਣੇ ਕਰਤੇ ਕਰੇ ਬਣਾਵਨ। ਮਹਾਰਾਜ ਨੂੰ ਉਹ ਬਸਤਰ ਭੇਟ ਕਰਨ ਲੱਗੀ ਜਿਹੜੇ ਆਪਣੇ ਹੱਥਾਂ ਨਾਲ ਬਣਾਏ ਹਨ। ਪ੍ਰੇਮ ਸਹਿਤ ਸੁੱਕੀਏ ਪਹਿਰਾਵਨ। ਬੜੀ ਭਾਵਨਾ ਨਾਲ, ਸ਼ਰਧਾ ਨਾਲ ਉਹ ਬਸਤਰ ਜਿਹੜੇ ਨੇ ਸਤਿਗੁਰਾਂ ਨੂੰ ਪਹਿਨਾਏ ਹਨ। ਧੂਪ ਦੀਪ ਨੈਵੇਦ ਨਿਹਾਲ। ਤੇ ਉਸ ਵੇਲੇ ਕਹਿਣ ਲੱਗੇ ਵੀ ਉਹ ਧੂਪ ਦੀਪ ਤੇ ਨੈਵੇਦ ਤੋਂ ਭਾਵ ਹੁੰਦਾ ਨਾਰੀਅਲ ਇਤਿਆਦਿਕ ਸੁਧਾਰ ਕੇ ਕਰ ਪੂਜਨ ਸਤਿਗੁਰੂ ਉਦਾਰਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੂੰ ਬੇਨਤੀ ਕਰਦੀ, ਮਹਾਰਾਜ ਸਾਹਿਬ ਜੀਓ ਆਪ ਜੀ ਕਿਰਪਾ ਕਰੋ। ਤਬ ਸੋ ਬਿਰਦਾ ਭਈ ਨਿਹਾਲ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਜਦੋਂ ਮਹਾਰਾਜ ਦੀ ਪੂਜਾ ਕੀਤੀ ਨਾ, ਤਬ ਸੋ ਬਿਰਦਾ ਭਈ ਨਿਹਾਲ। ਮਾਤਾ ਨਿਹਾਲ ਹੋ ਗਈ ਮਹਾਰਾਜ ਦੇ ਦਰਸ਼ਨ ਕਰਕੇ। ਪੂਰੀਓ ਮਨੋਰਥ ਗੁਰੂ ਕਿਰਪਾ। ਸਤਿਗੁਰਾਂ ਨੇ ਇਹਦੇ ਮਨ ਦਾ ਮਨੋਰਥ ਇੱਛਾ ਪੂਰੀ ਕੀਤੀ ਹੈ। ਭਈ ਪ੍ਰੇਮ ਤੇ ਗਦ ਗਦ ਬਾਣੀ। ਗਦ ਗਦ ਬਾਣੀ ਤੋਂ ਇਹ ਭਾਵ ਹੁੰਦਾ ਵੀ ਬੰਦਾ ਕਹਿਣਾ ਕੁਝ ਚਾਹੁੰਦਾ ਹੈ, ਪਰ ਮੂੰਹ ਦੇ ਵਿੱਚੋਂ ਗੱਲ ਨਿਕਲਦੀ ਨਹੀਂ, ਗਲਾ ਭਰ ਜਾਂਦਾ। ਤੇ ਇਹ ਉਦੋਂ ਅਵਸਥਾ ਬਣਦੀ ਹੈ ਜਦੋਂ ਕੋਈ ਬਹੁਤਾ ਪ੍ਰੇਮੀ ਪ੍ਰੇਮ ਦੇ ਵਿੱਚ ਭਿੱਜ ਜਾਂਦਾ ਹੈ ਨਾ, ਤੇ ਫਿਰ ਉਹਦੇ ਕੋਲ ਅਲਫਾਜ਼ ਨਹੀਂ ਰਹਿ ਜਾਂਦੇ, ਸ਼ਬਦ ਨਹੀਂ ਰਹਿ ਜਾਂਦੇ, ਬੋਲ ਕੋਈ ਨਹੀਂ ਰਹਿ ਜਾਂਦਾ। ਅੰਦਰੋਂ ਬੜੀਆਂ ਤਾਂਘਾਂ ਹੁੰਦੀਆਂ ਨੇ, ਅੰਦਰ ਬੜਾ ਕੁਝ ਹੁੰਦਾ, ਅੰਦਰ ਤੇ ਠਾਠਾਂ ਮਾਰਦਾ ਸਮੁੰਦਰ ਵੀ ਮੈਂ ਇਹ ਵੀ ਬੇਨਤੀ ਕਰਾਂ, ਇਹ ਵੀ ਕਰਾਂ, ਇਹ ਵੀ ਬੇਨਤੀ ਕਰਾਂ, ਪਰ ਸਰੀਰ ਵਿੱਚ ਖੁਸ਼ੀ ਇੰਨੀ ਆ ਜਾਂਦੀ ਹੈ ਕਿ ਜ਼ੁਬਾਨ ਜਿਹੜੀ ਹੈ ਨਾ ਸ਼ਬਦਾਂ ਦੇ ਕਹਿਣ ਤੋਂ ਅਸਮਰੱਥ ਹੋ ਜਾਂਦੀ ਹੈ, ਸ਼ਬਦ ਨਹੀਂ ਕਹਿ ਪਾਉਂਦੀ। ਤੇ ਗੁਰੂ ਦੀ ਵਡਿਆਈ, ਗੁਰੂ ਦੀ ਸਿਫਤ, ਗੁਰੂ ਦੀ ਬਖਸ਼ਿਸ਼ ਸ਼ਬਦਾਂ ਦੇ ਅਧੀਨ ਨਹੀਂ ਹੈ, ਸ਼ਬਦ ਤੋਂ ਕਿਤੇ ਪਰਾਂ ਹੈ। ਉਹ ਤੇ ਬਿਨ ਬੋਲਿਆ ਸਭ ਕੁਛ ਜਾਣਦਾ। ਤੇਰੇ ਬੋਲਣ ਤੋਂ ਬਿਨਾਂ ਹੀ ਉਹਨੂੰ ਪਤਾ ਵੀ ਤੂੰ ਕੀ ਕਹਿਣਾ। ਕਹਿਣ ਲੱਗੇ ਮਾਤਾ ਦੀ ਬਾਣੀ ਗਦ ਗਦ ਹੋ ਗਈ, ਜ਼ੁਬਾਨ ਵਿੱਚੋਂ ਬੋਲਣਾ ਚਾਹੁੰਦੀ ਹੈ, ਪਰ ਖੁਸ਼ ਇੰਨੀ ਹੈ ਵੀ ਹੁਣ ਜ਼ੁਬਾਨ ਵਿੱਚੋਂ ਗੱਲ ਨਿਕਲਦੀ ਨਹੀਂ ਹੈ। ਨੈ ਉਸਤਤ ਮੁਖ ਜਾਏ ਬਖਾਨੀ। ਉਸਤਤ ਕਰਨਾ ਚਾਹੁੰਦੀ ਹੈ, ਵਡਿਆਈ ਕਰਨਾ ਚਾਹੁੰਦੀ ਹੈ ਗੁਰੂ ਤੇਗ ਬਹਾਦਰ ਪਾਤਸ਼ਾਹ ਜੀਆਂ ਦੀ, ਪਰ ਕਹਿਣ ਲੱਗੇ ਜ਼ੁਬਾਨ ਸਾਥ ਨਹੀਂ ਦਿੰਦੀ ਹੈ। ਨੇਤਰਨ ਜਲ ਆਨੰਦ ਭਰਿਆ। ਇਸ ਮਾਤਾ ਦੇ ਨੇਤਰਾਂ ਦੇ ਵਿੱਚ ਉਸ ਵੇਲੇ ਕਹਿਣ ਲੱਗੇ ਵੈਰਾਗ ਦਾ ਜਲ ਭਰਿਆ ਆ, ਨੇਤਰ ਭਰੇ ਆਏ ਹਨ। ਹਰਖਤ ਰੰਕ ਮਨੋ ਧਨ ਪਾਵਾ। ਕਵੀ ਸੰਤੋਖ ਸਿੰਘ ਜੀ ਕਹਿੰਦੇ ਵੀ ਇੱਕ ਬੰਦਾ ਹੋਵੇ ਨਾ ਕੰਗਾਲ, ਤੇ ਉਹ ਸਿਰਫ ਇੰਨਾ ਸੋਚੇ ਵੀ ਅੱਜ ਮੈਨੂੰ ਦਿਹਾੜੀ ਮਿਲ ਜਾਵੇ ਤੇ ਰਾਤ ਦਾ ਪ੍ਰਸ਼ਾਦਾ ਪੱਕ ਜਾਵੇ, ਤੇ ਜੇ ਉਸ ਬੰਦੇ ਨੂੰ ਭਰਿਆ ਟਰੰਕ ਲੱਭ ਜਾਵੇ ਕਿਤੇ ਸੋਨੇ ਦਾ, ਤੇ ਉਹਦੀ ਖੁਸ਼ੀ ਕੰਗਾਲ ਦੀ ਵਰਣਨ ਨਹੀਂ ਕੀਤੀ ਜਾ ਸਕਦੀ। ਉਹਦੀ ਖੁਸ਼ੀ ਨੂੰ ਮਾਪਿਆ ਨਹੀਂ ਜਾ ਸਕਦਾ ਵੀ ਇਹ ਕਿੰਨਾ ਘਰੋਂ ਤੇ ਤੁਰਿਆ ਸੀ ਵੀ ਟਕਾ 2 ਟਕੇ ਮਿਲਣਗੇ ਤੇ ਰਾਤ ਦਾ ਪ੍ਰਸ਼ਾਦਾ ਘਰੇ ਬਣ ਜਾਵੇਗਾ। ਐਸੇ ਕੰਗਾਲ ਨੂੰ ਜੇ ਭਰਿਆ ਟਰੰਕ ਲੱਭ ਜਾਵੇ ਸੋਨੇ ਦਾ, ਹੀਰਿਆਂ ਦਾ, ਤੇ ਉਹਦੀ ਖੁਸ਼ੀ ਕਿੰਨੀ ਹੈ ਕਹੀ ਨਹੀਂ ਜਾ ਸਕਦੀ। ਮਾਤਾ ਉਡੀਕਦੀ ਭਾਵੇਂ ਰੋਜ਼ ਰਹੀ ਹੈ, ਪਰ ਜਿਹੜੀ ਅੱਜ ਖੁਸ਼ੀ ਹੋਈ ਹੈ ਨਾ, ਉਸ ਖੁਸ਼ੀ ਨੂੰ ਵਰਣਨ ਨਹੀਂ ਕੀਤਾ ਜਾ ਸਕਦਾ ਹੈ। ਜਥਾ ਚੰਦ ਕੋ ਪਿਖੈ ਚਕੋਰ। ਇੱਕ ਚਕੋਰ ਨਾਮ ਦਾ ਪੰਛੀ ਹੈ ਜਿਹੜਾ ਚੰਦਰਮਾ ਨੂੰ ਲਗਾਤਾਰ ਦੇਖਦਾ ਰਹਿੰਦਾ ਹੈ। ਚੰਦਰਮਾ ਦੇ ਚਕੋਰ ਦੀ ਪ੍ਰੀਤੀ ਹੈ। ਚਕੋਰ ਜਦੋਂ ਚੰਦਰਮਾ ਵੱਲ ਵੇਖਦੀ ਹੈ ਨਾ, ਤੇ ਚੰਦਰਮਾ ਆਕਾਸ਼ ਦੇ ਵਿੱਚ ਜਿਵੇਂ ਜਿਵੇਂ ਅੱਗੇ ਵੱਧਦਾ, ਤੇ ਚਕੋਰ ਦੀ ਇੰਨੀ ਭਾਵਨਾ ਹੈ ਵੀ ਉਹ ਘੁੰਮਦੀ ਨਹੀਂ, ਕੇਵਲ ਆਪਣੀ ਧੌਣ ਨੂੰ ਘੁਮਾਉਂਦੀ ਹੈ, ਉੱਪਰ ਨੂੰ ਧੌਣ ਲਈ ਜਾਂਦੀ ਹੈ ਚੰਦਰਮਾ ਵੇਖਦਿਆਂ ਵੇਖਦਿਆਂ। ਤੇ ਚੰਦਰਮਾ ਇੱਕ ਦਿਸ਼ਾ ਤੋਂ ਦੂਜੀ ਦਿਸ਼ਾ ਨੂੰ ਸਾਰੀ ਰਾਤ ਵਿੱਚ ਪਾਰ ਕਰਦਾ ਹੈ, ਤੇ ਚਕੋਰ ਆਪਣੀ ਧੌਣ ਮਰੋੜਦਿਆਂ ਮਰੋੜਦਿਆਂ ਇੰਨੀ ਧੌਣ ਮੁੜ ਜਾਂਦੀ ਹੈ ਵੀ ਚਕੋਰ ਨੂੰ ਗਸ਼ ਖਾ ਕੇ ਡਿੱਗਣਾ ਪੈਂਦਾ, ਪਰ ਚੰਦਰਮਾ ਨੂੰ ਵੇਖੇ ਬਿਨਾਂ ਰਹਿ ਨਹੀਂ ਸਕਦੇ। ਪਰ ਇਹ ਦੁਨੀਆ ਦਾ ਉਦਾਹਰਨ ਜਿਹੜੀ ਹੈ ਨਾ, ਇਹ ਗੁਰੂ ਪਾਤਸ਼ਾਹ ਦੇ ਤੁੱਲ ਨਹੀਂ, ਪਰ ਇਹਦੇ ਕੋਲੋਂ ਵੱਡੀ ਸਾਡੇ ਕੋਲ ਉਦਾਹਰਨ ਨਹੀਂ ਹੈ। ਕਾਰਨ ਪਤਾ ਹੀ ਕੀ ਹੈ? ਚਕੋਰ ਦੀ ਧੌਣ ਮੁੜੀ ਹੈ, ਧਰਤੀ ਤੇ ਡਿੱਗੀ ਹੈ, ਇਹਦਾ ਦਰਦ, ਇਹਦੀ ਪੀੜਾ ਚਕੋਰ ਨੂੰ ਹੈ, ਚੰਦਰਮਾ ਨੂੰ ਕੋਈ ਨਹੀਂ ਫਰਕ ਪਿਆ। ਇੱਕ ਪਾਸੇ ਦੀ ਪ੍ਰੀਤ ਹੈ, ਚਕੋਰ ਨੂੰ ਚੰਦਰਮਾ ਨਾਲ ਪ੍ਰੀਤ ਹੈ, ਚੰਦਰਮਾ ਨੂੰ ਕੋਈ ਪ੍ਰੀਤੀ ਨਹੀਂ ਹੈ। ਡਿੱਗ ਪਈ ਹੈ ਤੇ ਡਿੱਗ ਪਈ ਹੈ। ਪਰ ਜਿੱਥੇ ਗੁਰੂ ਹੈ ਨਾ, ਜੇ ਸਿੱਖ ਨੂੰ ਗੁਰੂ ਦੇ ਨਾਲ ਪ੍ਰੇਮ ਹੈ ਤੇ ਗੁਰੂ ਨੂੰ ਸਿੱਖ ਦੇ ਨਾਲ ਪ੍ਰੇਮ ਹੈ, ਇੱਥੇ ਦੋਵਾਂ ਪਾਸਿਆਂ ਤੋਂ ਪ੍ਰੇਮ। ਇਸ ਕਰਕੇ ਦੁਨੀਆ ਦੀ ਕੋਈ ਉਦਾਹਰਨ,
ਗੁਰੂ ਅਤੇ ਗੁਰੂ ਦੇ ਪ੍ਰੇਮੀ ਸਿੱਖ ਦੇ ਪਿਆਰ ਨੂੰ ਵਰਣਨ ਨਹੀਂ ਕਰ ਸਕਦੀ। ਦੁਨੀਆ ਦੀ ਉਦਾਹਰਨਾਂ ਇੱਕ ਪਾਸੇ ਦੇ ਪ੍ਰੇਮ ਵਾਲੀਆਂ ਨੇ। ਜਿਵੇਂ ਆਪਾਂ ਕਹਿੰਦੇ ਹਾਂ ਭੌਰੇ ਤੇ ਕਮਲ ਦਾ ਫੁੱਲ ਦਾ ਬੜਾ ਪ੍ਰੇਮ ਹੈ, ਪਰ ਭੌਰਾ ਹੀ ਕਮਲ ਦੇ ਫੁੱਲ ਨੂੰ ਪ੍ਰੇਮ ਕਰਦਾ। ਕਦੇ ਸੁਣਿਆ ਵੀ ਕਮਲ ਦੇ ਫੁੱਲ ਨੇ ਭੌਰੇ ਨੂੰ ਪ੍ਰੇਮ ਕੀਤਾ ਹੋਵੇ? ਆਪਾਂ ਆਖਦੇ ਹਾਂ ਮੱਛੀ ਤੇ ਪਾਣੀ ਦਾ ਬੜਾ ਪਿਆਰ ਹੈ, ਮੱਛੀ ਪਾਣੀ ਨੂੰ ਪਿਆਰ ਕਰਦੀ ਹੈ, ਪਾਣੀ ਮੱਛੀ ਨੂੰ ਕੋਈ ਨਹੀਂ ਜੇ ਪਿਆਰ ਕਰਦਾ। ਦੁਨੀਆ ਦੀਆਂ ਉਦਾਹਰਨਾਂ ਪਰਮੇਸ਼ਰ ਦੇ ਪ੍ਰੇਮ ਦਾ ਵਰਣਨ ਨਹੀਂ ਕਰ ਸਕਦੀਆਂ, ਪਰ ਸਾਡੇ ਕੋਲ ਇਹਦੇ ਤੋਂ ਵੱਡੀ ਉਦਾਹਰਨ ਹੈ ਹੀ ਕੋਈ ਨਹੀਂ ਦੱਸਣ ਵਾਸਤੇ। ਕੀ ਦੱਸਾਂਗੇ ਇਸ ਤੋਂ ਅੱਗੇ? ਪਰ ਕਵੀ ਜੀ ਇੱਥੇ ਪ੍ਰੇਮ ਦੱਸਦੇ ਪਏ, ਕਹਿਣ ਲੱਗੇ ਜਿਵੇਂ ਚਕੋਰ ਚੰਦਰਮਾ ਨੂੰ ਪ੍ਰੇਮ ਕਰਦੀ ਹੈ, ਉਹਦੇ ਵੇਖੇ ਬਿਨਾਂ ਰਹਿ ਨਹੀਂ ਸਕਦੀ। ਮਾਤਾ ਦਾ ਐਸਾ ਪ੍ਰੇਮ ਨਿਕਲਿਆ ਮਨ ਦੇ ਵਿੱਚੋਂ ਕਿ ਆਪਣੇ ਨੇਤਰਾਂ ਦੇ ਨਾਲ ਬੜੀ ਉਮੰਗ ਦੇ ਨਾਲ, ਬੜੀ ਉਤਸ਼ਾਹ ਦੇ ਨਾਲ ਸਤਿਗੁਰਾਂ ਦੇ ਦਿਦਾਰੇ ਕਰਦੀ ਹੈ। ਇੱਕ ਟੱਕ ਦੇਖਤ ਗੁਰ ਪਾ ਗਿਆ। ਇੱਕ ਟੱਕ ਲਗਾਤਾਰ ਅੱਖਾਂ ਵੀ ਝਪਕਣਾ ਭੁੱਲ ਗਈਆਂ, ਵੀ ਅੱਖਾਂ ਨੂੰ ਖੁੱਲ੍ਹਣਾ ਵੀ ਹੈ, ਪਲਕਾਂ ਵੀ ਝਪਕਣੀਆਂ ਨੇ, ਭੁੱਲ ਗਈਆਂ। ਲਗਾਤਾਰ ਨੇਤਰਾਂ ਨਾਲ ਗੁਰੂ ਦੇ ਦਰਸ਼ਨ ਕਰਦੀ ਹੈ। ਕਿਰਪਾ ਨਿਧਾਨ ਪ੍ਰੇਮ ਤੇ ਸੇਰ। ਸਤਿਗੁਰਾਂ ਨੇ ਵੇਖਿਆ ਮਾਤਾ ਵਿੱਚ ਇੰਨੀ ਭਾਵਨਾ, ਇੰਨਾ ਪ੍ਰੇਮ ਹੈ। ਉਮੜਿਓ ਇਨਕੇ ਪ੍ਰੇਮ ਕਨੇਰਾ। ਬੜਾ ਪ੍ਰੇਮ ਇਸ ਮਾਤਾ ਦੇ ਮਨ ਵਿੱਚ ਪੈਦਾ ਹੋਇਆ ਹੈ। ਸ੍ਰੀ ਮੁਖ ਤੇ ਕਹਿ ਮਧੁਰ ਸੁਨਾਇਓ। ਸਤਿਗੁਰੂ ਪਾਤਸ਼ਾਹ ਨੇ ਆਪਣੇ ਮੁਖਾਰ ਬਿੰਦੂ ਉਸ ਵੇਲੇ ਬਚਨ ਕਹਿ ਕੇ ਆਖੇ ਹਨ। ਤਬ ਕਾਰਨ ਮੈਂ ਇਸ ਥਲੇ ਆਇਓ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮਾਤਾ ਅਸੀਂ ਪਟਨੇ ਤੋਂ ਚੱਲ ਕੇ ਤੇਰੇ ਵਾਸਤੇ ਹੀ ਇੱਥੇ ਆਏ ਹਾਂ। ਸਾਨੂੰ ਕਿਸੇ ਆਪਣੇ ਰਿਸ਼ਤੇਦਾਰ ਵਾਸਤੇ ਜਾਣਾ ਹੋਵੇ ਤੇ ਔਖਾ ਲੱਗਦਾ ਵੀ ਕਿਉਂ ਜਾਈਏ, ਜੇ ਜਾਈਏ ਤੇ ਅਗਲਾ ਸਾਡਾ ਖਰਚਾ ਚੁੱਕੇ, ਜਾਂ ਅਸੀਂ ਤਾਂ ਜਾਵਾਂਗੇ ਅਗਲੇ ਦੇ ਬੜੇ ਆਸਾਨ ਹੋਣਗੇ ਤੇ ਫਿਰ ਆਖੀਦਾ ਵੀ ਇਹਨੇ ਬੜੇ ਪਰਉਪਕਾਰ ਕੀਤੇ, ਚੱਲ ਅੱਜ ਮੈਂ ਕਰ ਦਿਆਂ। ਪਰ ਸਤਿਗੁਰਾਂ ਦੇ ਉੱਪਰ ਮਾਤਾ ਦਾ ਪਰਉਪਕਾਰ ਕੋਈ ਨਹੀਂ ਹੈ, ਪਰ ਮਹਾਰਾਜ ਨੇ ਪ੍ਰੇਮ ਦੀ ਡੋਰ ਦੇ ਖਿੱਚੇ ਹੋਏ। ਸਤਿਗੁਰੂ ਪਾਤਸ਼ਾਹ ਉਹਦੇ ਕੋਲ ਗਏ ਤੇ ਕਹਿਣ ਲੱਗੇ ਮਾਤਾ ਅਸੀਂ ਪਟਨੇ ਤੋਂ ਚੱਲੇ ਹੀ ਇਸੇ ਵਾਸਤੇ ਸੀ, ਤੇਰਾ ਪ੍ਰੇਮ ਵੇਖ ਕੇ ਤਾਂ ਤੇਰੇ ਕੋਲੇ ਆਏ ਹਾਂ। ਤੋਹੇ ਪ੍ਰੇਮ ਮੇਰੇ ਮਨ ਭਾਇਓ। ਤੁਹਾਡਾ ਪ੍ਰੇਮ ਮੇਰੇ ਮਨ ਭਾਇਆ ਹੈ। ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਜਿਨ੍ਹਾਂ ਨੇ ਇਹੋ ਜੀ ਪ੍ਰੀਤੀ ਗੁਰੂ ਦੇ ਨਾਲ ਜੋੜੀ ਹੈ। ਭਾਇਓ ਬਿਲੋਕਨ ਕੋ ਲਲਚਾਇਓ। ਤੇ ਤੇਰਾ ਪ੍ਰੇਮ ਵੇਖਣ ਵਾਸਤੇ ਸਾਡਾ ਮਨ ਵੀ ਚਲਾਏਮਾਨ ਹੋ ਗਿਆ, ਸਾਡਾ ਮਨ ਵੀ ਲਾਲਚ ਵਿੱਚ ਆ ਗਿਆ। ਭਾਈ ਸਾਹਿਬ ਭਾਈ ਗੁਰਦਾਸ ਜੀਆਂ ਨੇ ਲਿਖਿਆ, ਕਹਿਣ ਲੱਗੇ ਰੱਬ ਨੂੰ ਵੀ ਭੁੱਖ ਲੱਗਦੀ ਹੈ, ਰੱਬ ਵੀ ਭੁੱਖਾ ਹੈ। ਤੇ ਕਿਸੇ ਨੂੰ ਗੁੱਸਾ ਆ ਗਿਆ ਵੀ ਰੱਬ ਨੂੰ ਤੂੰ ਭੁੱਖਾ ਆਖਿਆ, ਰੱਬ ਨੂੰ ਕਿਉਂ ਭੁੱਖਾ ਆਖਿਆ? ਰੱਬ ਤੇ ਸਭ ਕੁਝ ਦੇਣ ਵਾਲਾ, ਉਹਨੂੰ ਭੁੱਖ ਕਾਹਦੀ ਲੱਗਦੀ ਹੈ? ਰੱਬ ਨੂੰ ਭੁੱਖਾ ਸ਼ਬਦ ਦੇ ਨਾਲ ਕਿਉਂ ਵਰਣਨ ਕੀਤਾ? ਤੇ ਭਾਈ ਗੁਰਦਾਸ ਜੀ ਕਹਿਣ ਲੱਗੇ ਗੋਬਿੰਦ ਭਾਓ ਭਗਤ ਦਾ ਭੁੱਖਾ। ਗੋਬਿੰਦ ਨੂੰ ਵੀ ਭੁੱਖ ਲੱਗਦੀ, ਰੱਬ ਨੂੰ ਵੀ ਭੁੱਖ ਲੱਗਦੀ। ਕਾਹਦੀ ਭੁੱਖ ਲੱਗਦੀ ਹੈ? ਪ੍ਰੇਮਾ ਭਗਤੀ ਦੀ, ਵੀ ਮੈਨੂੰ ਕੋਈ ਪ੍ਰੇਮ ਕਰਨ ਵਾਲਾ ਹੋਵੇ। ਇਹ ਰੱਬ ਨੂੰ ਭੁੱਖ ਲੱਗੀ ਹੈ। ਤੇ ਜਦੋਂ ਭੁੱਖ ਲੱਗਦੀ ਹੈ ਨਾ, ਫਿਰ ਸਾਨੂੰ ਰਸੋਈ ਦਿਸਦੀ ਹੈ, ਸਾਨੂੰ ਭੋਜਨ ਦਿਸਦਾ, ਅਸੀਂ ਭੱਜੇ ਹੀ ਜਾਂਦੇ ਹਾਂ। ਕੋਈ ਪ੍ਰਸ਼ਾਦਾ ਨਾ ਵੀ ਫੜਾਉਣ ਵਾਲਾ ਹੋਵੇ ਤਾਂ ਵੀ ਜਾ ਕੇ ਭਾਂਡੇ ਫੜੋ ਲਈਦੇ ਵੀ ਇੱਥੋਂ ਮਿਲਣਾ ਕੁਝ ਨਾ ਕੁਝ, ਕਿਉਂਕਿ ਭੁੱਖ ਲੱਗੀ ਹੈ। ਇਸੇ ਤਰ੍ਹਾਂ ਪ੍ਰਮਾਤਮਾ ਨੂੰ ਆਪਣੇ ਸਿੱਖ ਦੇ ਪ੍ਰੇਮ ਦੀ ਭੁੱਖ ਲੱਗਦੀ ਹੈ। ਫਿਰ ਪ੍ਰਮਾਤਮਾ ਵੀ ਲੱਭਦਾ ਵੀ ਉਹ ਪ੍ਰੇਮ ਕਰਨ ਵਾਲਾ ਸਿੱਖ ਕਿੱਥੇ ਹੈ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮਾਤਾ ਜੀ ਅਸੀਂ ਇੰਨੇ 100 ਮੀਲ ਆਏ ਹਾਂ ਤੇਰੇ ਪ੍ਰੇਮ ਦੀ ਭੁੱਖ ਦੇ ਵਿੱਚ ਬੱਧੇ ਹੋਏ, ਤਾਂ ਅਸੀਂ ਤੇਰੇ ਕੋਲੇ ਆਉਣਾ ਕੀਤੇ ਹਾਂ। ਕਰਿਓ ਮਨੋਰਥ ਪੂਰਨ ਹੋਵਾ। ਤੇ ਤੇਰਾ ਮਨੋਰਥ ਪੂਰਾ ਕਰਨ ਵਾਸਤੇ। ਭਗਤਾਂ ਨੇ ਬੜੇ ਸੋਹਣੇ ਬਚਨ ਲਿਖੇ ਨੇ, ਕਹਿਣ ਲੱਗੇ ਪਰਮਾਤਮਾ ਇਹ ਗੱਲ ਠੀਕ ਹੈ, ਮੋਹ ਫਾਂਸ ਹਮ ਬਾਂਧੇ, ਅਸੀਂ ਤੇ ਮੋਹ ਦੀ ਫਾਈ ਵਿੱਚ ਬੱਧੇ ਹਾਂ, ਪਰ ਪਰਮਾਤਮਾ ਤੈਨੂੰ ਅਸੀਂ ਪ੍ਰੇਮ ਦੀ ਡੋਰੀ ਨਾਲ ਬੱਧਾ ਹੋਇਆ। ਅਸੀਂ ਵੀ ਬੱਧੇ ਹੋਏ ਹਾਂ, ਤੈਨੂੰ ਵੀ ਬੱਧਿਆ ਹੋਇਆ। ਤੇ ਅਗਲਾ ਬਚਨ ਉਹਨਾਂ ਨੇ ਕੀਤਾ, ਕਹਿਣ ਲੱਗੇ ਅਸੀਂ ਜਿਸ ਡੋਰ ਨਾਲ ਬੱਧੇ ਹਾਂ ਨਾ, ਤੇਰਾ ਨਾਮ ਜਪ ਕੇ ਉਸ ਡੋਰ ਤੋਂ ਨਿਕਲ ਸਕਦੇ ਹਾਂ, ਪਰ ਜਿਸ ਡੋਰੀ ਨਾਲ ਤੈਨੂੰ ਅਸੀਂ ਬੱਧਾ ਹੈ ਨਾ, ਤੂੰ ਸਾਡੀ ਡੋਰੀ ਚੋਂ ਨਿਕਲ ਨਹੀਂ ਸਕਦਾ। ਪ੍ਰੇਮ ਬੰਧਨ ਤੁਮ ਬਾਧੇ, ਤੈਨੂੰ ਅਸੀਂ ਪ੍ਰੇਮ ਦੇ ਬੰਧਨਾਂ ਵਿੱਚ ਬੰਨ੍ਹੀ ਬੈਠੇ ਹਾਂ। ਅਸੀਂ ਤੇ ਮੋਹ ਦੇ ਬੰਧਨ ਵਿੱਚ ਬੱਧੇ ਹਾਂ, ਪਰ ਮੋਹ ਵੀ ਅਸੀਂ ਤੋੜ ਲਾਂਗੇ ਤੇਰਾ ਨਾਮ ਜਪ ਕੇ, ਪਰ ਜਿਹੜੇ ਪ੍ਰੇਮ ਦਾ ਬੰਧਨ ਅਸੀਂ ਤੈਨੂੰ ਪਾਈ ਬੈਠੇ ਹਾਂ ਉਹ ਤੇ ਤੇਰੇ ਕੋਲੋਂ ਛੁੱਟਣਾ ਹੀ ਨਹੀਂ ਹੈ। ਭਗਤਾਂ ਨੇ ਇਹੋ ਜਿਹਾ ਪ੍ਰੇਮ ਕੀਤਾ ਹੈ। ਸਦਨ ਬਿਠਾਏ ਮੋਹਿ ਕਉ ਜੋਵਾ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਤੇਰੇ ਪ੍ਰੇਮ ਕਰਕੇ ਅਸੀਂ ਤੇਰੇ ਕੋਲ ਆਏ ਹਾਂ, ਜੋ ਤੂੰ ਆਪਣੇ ਘਰ ਦੇ ਵਿੱਚ ਸਾਨੂੰ ਬਿਠਾ ਕੇ ਸਾਡੇ ਦਰਸ਼ਨ ਕੀਤੇ ਹਨ। ਅਬ ਤੇਰੇ ਉਰਲਾਲ ਸਜੋਈ। ਤੇ ਮਹਾਰਾਜ ਕਹਿੰਦੇ ਵੀ ਹੁਣ ਦੱਸ ਚਾਹੀਦਾ ਕੀ ਹੈ, ਕਿਉਂਕਿ ਅਸੀਂ ਕੋਈ ਵੀ ਕੰਮ ਕਰਦੇ ਹਾਂ ਨਾ, ਤੇ ਕੰਮ ਕਰਨ ਤੋਂ ਬਾਅਦ ਇਹ ਵੀ ਵੇਖਣਾ ਹੁੰਦਾ ਵੀ ਇਹ 'ਚੋਂ ਬਚੇਗਾ ਕੀ, ਮਿਲੇਗਾ ਕੀ।
ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇੰਨੇ ਲੰਮੇ ਸਮੇਂ ਦਾ ਉਡੀਕਦੀ ਪਈ ਐ ਮਾਤਾ, ਅੱਜ ਅਸੀਂ ਆ ਗਏ ਆ, ਦੱਸ ਤੇਰੇ ਮਨ ਦੀ ਲਾਲਸਾ ਕੀ ਹੈ, ਇੱਛਾ ਕੀ ਹੈ, ਦੱਸ ਕੀ ਦੇਣਾ ਕਰੀਏ ਤੈਨੂੰ। ਜਾਚ ਲਿਹੋ ਮੈਂ ਦੇਵੋ ਸੋਈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਵੀ ਅਸੀਂ ਜ਼ੁਬਾਨ ਦਿੰਨੇ ਆ ਤੈਨੂੰ ਵੀ ਜੋ ਤੂੰ ਮੰਗੇਗੀ ਨਾ ਉਹ ਤੈਨੂੰ ਮਿਲੇਗਾ ਜ਼ਰੂਰ। ਅਸੀਂ ਸੰਸਾਰੀ ਲੋਕ ਆ ਨਾ, ਥੋੜੀ ਜੀ ਬਾਣੀ ਪੜ੍ਹ ਲਈਏ, ਥੋੜਾ ਜਿਹਾ ਪਾਠ ਕਰ ਲਈਏ, ਥੋੜਾ ਜਿਹਾ ਨਾਮ ਜਪ ਲਈਏ ਤੇ ਇੱਛਾ ਬੜੀ ਵੱਡੀ ਰੱਖਦੇ ਆ ਵੀ ਆਹ ਮਿਲੇ। ਪਰ ਜਿਨ੍ਹਾਂ ਨੇ ਰੱਬ ਦੇ ਪ੍ਰਤੀ ਪ੍ਰੇਮ ਬਣਾਇਆ ਨਾ, ਉਹ ਰੱਬ ਜੇ ਦਿੰਦਾ ਵੀ ਹੈ ਤੇ ਉਹਨਾਂ ਦੀਆਂ ਇੱਛਾਵਾਂ ਇਸ ਤੋਂ ਪਰੇ ਹੋ ਜਾਂਦੀਆਂ। ਭਾਈ ਮਹਾਂ ਸਿੰਘ ਜੀ ਲੜੇ ਨਾ ਜੰਗ ਦੇ ਵਿੱਚ ਮੁਕਤਸਰ ਦੀ ਧਰਤੀ ਤੇ ਖਜ਼ਰਾਣੇ ਦੀ ਢਾਬ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਤੇਰੀ ਸੇਵਾ ਤੋਂ ਖੁਸ਼ ਹਾਂ, ਦੱਸ ਕੀ ਚਾਹੀਦਾ, ਮੰਗ ਲਾ ਜੋ ਮੰਗਣਾ। ਇੱਥੇ ਮਾਤਾ ਦੀ ਸੇਵਾ ਹੈ। ਮਾਤਾ ਨੂੰ ਕਹਿਣ ਲੱਗੇ ਮਹਾਰਾਜ ਤੂੰ ਬੜੀ ਸੇਵਾ ਕੀਤੀ, ਬੜੀ ਭਾਵਨਾ, ਬੜੇ ਲੰਮੇ ਸਮੇਂ ਤੋਂ ਉਡੀਕਦੀ ਪਈ ਹੈ, ਅਸਰ ਕੋਈ ਤੇ ਮਨੋਰਥ ਹੋਵੇਗਾ ਨਾ, ਕੋਈ ਤੇ ਇੱਛਾ ਹੋਵੇਗੀ, ਦੱਸ ਕੀ ਚਾਹੀਦਾ, ਕੀ ਦਈਏ। ਜੋ ਤੂੰ ਅੱਜ ਮੰਗੇਗੀ ਨਾ ਅਸੀਂ ਜ਼ੁਬਾਨ ਕਰਦੇ ਹਾਂ, ਵਾਅਦਾ ਕਰਦੇ ਹਾਂ, ਬਚਨ ਕਰਦੇ ਹਾਂ ਵੀ ਤੈਨੂੰ ਦੇਵਾਂਗੇ, ਇਹ ਨਹੀਂ ਆਖਾਂਗੇ ਵੀ ਹੈ ਕੋਈ ਨਹੀਂ। ਜਦੋਂ ਮਹਾਰਾਜ ਨੇ ਬਚਨ ਆਖੇ ਹਨ ਸੁਣ ਕਰ ਬਿਰਧਾ ਭਈ ਅਧੀਨ, ਤੇ ਜਦੋਂ ਮਾਤਾ ਨੇ ਸੁਣਿਆ ਵੀ ਮੇਰਾ ਗੁਰੂ ਮੇਰੇ ਤੇ ਤਰੁੱਠ ਪਿਆ, ਮੇਰੇ ਤੇ ਖੁਸ਼ ਹੋਣ ਲੱਗਾ ਤੇ ਕਹਿਣ ਲੱਗੇ, ਐਸੀ ਮਾਤਾ ਨੇ ਜਦੋਂ ਸੁਣੇ ਨਾ ਭਜਨ ਤੇ ਸੁਣ ਕੇ ਮਾਤਾ ਨੇ ਕੀ ਮੰਗਿਆ। ਦੁਨੀਆ ਵਿੱਚ ਬੜੇ ਬੜੇ ਅਵਤਾਰ ਹੋਏ ਨੇ, ਉਹਨਾਂ ਦੀਆਂ ਅਵਤਾਰਾਂ ਦੀਆਂ ਜਿਹੜੀਆਂ ਮਾਵਾਂ ਸਨ ਨਾ, ਉਹਨਾਂ ਨੇ ਕੀ ਮੰਗਿਆ। ਰਾਜਾ ਦਸ਼ਰਥ ਹੋਇਆ ਨਾ, ਦੁਨੀਆ ਵਿੱਚ 3 ਰਾਣੀਆਂ ਸੀਗੀਆਂ ਤੇ 3 ਰਾਣੀਆਂ ਵਿੱਚੋਂ ਇੱਕ ਰਾਣੀ ਨੇ ਮੰਗਿਆ, ਕਹਿਣ ਲੱਗੀ ਮੇਰੇ ਪੁੱਤਰ ਨੂੰ ਰਾਜ ਮਿਲਣਾ ਚਾਹੀਦਾ, ਜਿਹਨੂੰ ਦੁਨੀਆ ਅਵਤਾਰ ਕਹਿੰਦੀ ਹੈ ਨਾ, ਇਹਨੂੰ ਦੇਸ਼ ਨਿਕਾਲਾ ਮਿਲਣਾ ਚਾਹੀਦਾ, ਜਿਹਨੂੰ ਆਪਾਂ ਬਨੋਵਾਸ ਕਹਿ ਦਿੰਦੇ, ਦੇਸ਼ ਨਿਕਾਲਾ ਵੀ ਦੇਸ਼ ਤੋਂ ਬਾਹਰ ਹੋ ਜਾਏ। ਅਵਤਾਰ ਦੀ ਮਾਂ ਨਹੀਂ ਹੋਵੇਗੀ ਤੇ ਮਤਰੇਈ ਮਾਂ ਤੇ ਹੋਵੇਗੀ ਨਾ। ਅਸਕਰ ਤੇ ਅਵਤਾਰ ਦੇ ਨਾਲ ਰਿਸ਼ਤਾ ਹੈ, ਕੋਈ ਬੰਦਗੀ ਹੈ, ਕੋਈ ਉਸਨੇ ਤਪ ਕੀਤਾ, ਕੋਈ ਜਪ ਕੀਤਾ ਤੇ ਤਾਂ ਹੀ ਉਹ ਦਸ਼ਰਥ ਦੀ ਰਾਣੀ ਬਣੀ ਤੇ ਰਾਜਾ ਰਾਮਚੰਦਰ ਜੀਆਂ ਦੀ ਦੂਜੀ ਮਾਂ ਬਣੀ। ਪਰ ਇੰਨੀ ਬੰਦਗੀ ਕਰਕੇ ਸਰੀਰ ਵੀ ਮਿਲ ਗਿਆ, ਰਿਸ਼ਤੇਦਾਰੀ ਵੀ ਮਿਲ ਗਈ, ਦੁਨੀਆ ਦੇ ਇਤਿਹਾਸ ਵਿੱਚ ਨਾਮ ਵੀ ਆ ਗਿਆ। ਪਰ ਜਦੋਂ ਗੱਲ ਆਈ ਨਾ ਪਦਾਰਥ ਦੀ, ਉਦੋਂ ਅਵਤਾਰ ਨੂੰ ਨਹੀਂ ਚੁਣਿਆ, ਉਦੋਂ ਚੁਣਿਆ ਮੇਰੇ ਪੁੱਤਰ ਨੂੰ ਰਾਜ ਮਿਲੇ, ਭਰਤ ਨੂੰ। ਤੇ ਜਿਹਨੂੰ ਦੁਨੀਆ ਅਵਤਾਰ ਕਰਕੇ ਮੱਥਾ ਟੇਕਦੀ ਹੈ, ਸ਼੍ਰੀ ਰਾਮਚੰਦਰ ਕਹਿੰਦੀ ਹੈ ਉਹਨੂੰ ਬਨੋਵਾਸ, ਉਹਨੂੰ ਮਿਲੇ ਦੇਸ਼ ਨਿਕਾਲਾ। ਇਹ ਮੰਗਿਆ ਦੁਨੀਆ ਦੇ ਲੋਕਾਂ ਨੇ। ਪਰ ਅੱਜ ਮਾਤਾ ਦੇ ਨਾਲ ਜ਼ੁਬਾਨ ਕਰ ਲਈ ਸਤਿਗੁਰਾਂ ਨੇ, ਕਹਿੰਦੇ ਦੱਸ ਕੀ ਚਾਹੀਦਾ, ਜੋ ਮੰਗੇਗੀ ਮਿਲੇਗਾ। ਤੇ ਸੁਣ ਕੇ ਮਾਤਾ ਨੇ ਕੀ ਮੰਗਿਆ, ਕਹਿਣ ਲੱਗੀ ਹੈ ਹੱਥ ਜੋੜ ਕਰ ਜਾਚਨ ਕੀਨ। ਹੱਥ ਜੋੜ ਲਿਆ ਦੋਵੇਂ, ਮਾਤਾ ਬਜ਼ੁਰਗ ਸਰੀਰ ਦੀ ਹੈ, ਬੁੱਢੇ ਹੱਥ ਨੇ ਜੋੜ ਕੇ ਉਸ ਵੇਲੇ ਮੰਗਣ ਲੱਗੀ ਹੈ ਰਾਵਰ ਕੋ ਦਰਸ਼ਨ ਨਿਤ ਪਾਵਾਂ। ਕੀ ਮੰਗਿਆ, ਜਿਨ੍ਹਾਂ ਨੂੰ ਮੰਗਣ ਦੀ ਜਾਚ ਹੈ। ਅਸੀਂ ਤੇ ਦੁਨੀਆ ਦਾ ਪਦਾਰਥ ਮੰਗਦੇ ਹਾਂ, ਪਦਾਰਥ ਵਿੱਚ ਹੀ ਖੁੱਭ ਜਾਂਦੇ ਹਾਂ। ਮੱਖੀ ਆਉਂਦੀ ਹੈ ਨਾ, ਮਿੱਠੇ ਨੂੰ ਵੇਖ ਕੇ ਮਿੱਠੇ ਵਿੱਚ ਮਿੱਠੇ ਨੂੰ ਖਾਣ ਦਾ ਯਤਨ ਕਰਦੀ ਹੈ, ਮੱਖੀ ਵਿਚਾਰੀ ਮਿੱਠੇ ਵਿੱਚ ਫਸ ਗਈ ਤੇ ਉੱਥੇ ਹੀ ਮਰ ਗਈ। ਆਈ ਮਿੱਠੇ ਨੂੰ ਖਾਣ ਸੀ, ਮਿੱਠੇ ਨੇ ਮੱਖੀ ਨੂੰ ਖਾ ਲਿਆ। ਸਾਡੀ ਵੀ ਕੁਝ ਇਸ ਤਰ੍ਹਾਂ ਦੀ ਸੋਚ ਹੈ, ਅਸੀਂ ਆਉਣੇ ਆ ਪਦਾਰਥ ਮੰਗਣ ਤੇ ਪਦਾਰਥ ਸਾਨੂੰ ਖਾ ਜਾਂਦਾ, ਸਾਰੀ ਉਮਰ ਉਸੇ ਪਦਾਰਥ ਵਿੱਚੋਂ ਨਿਕਲ ਹੀ ਨਹੀਂ ਪਾਉਂਦੇ। ਪਦਾਰਥ ਨੂੰ ਮੰਗਿਆ ਸੀ ਖਾਣ ਵਾਸਤੇ, ਪਦਾਰਥ ਸਾਨੂੰ ਖਾ ਗਿਆ। ਹੁਣ ਮਾਤਾ ਦੇ ਮੰਗਣ ਦੀ ਵਾਰੀ ਆਈ, ਕੀ ਮੰਗਿਆ, ਕਹਿਣ ਲੱਗੀ ਮਹਾਰਾਜ ਜੋ ਮੰਗੋਗੇ ਦੇ ਦਿਓਗੇ। ਸਤਿਗੁਰੂ ਕਹਿੰਦੇ ਬਿਲਕੁਲ। ਤੇ ਮਾਤਾ ਕਹਿਣ ਲੱਗੀ ਫਿਰ ਮਹਾਰਾਜ ਜੇ ਦੇਣ ਲੱਗੇ ਹੋ ਨਾ ਤੇ ਇਹ ਮੈਨੂੰ ਦਿਓ, ਮੈਂ ਰੋਜ਼ ਤੁਹਾਡੇ ਇਸੇ ਪਲੰਘੇ ਤੇ ਬੈਠਿਆਂ ਦਰਸ਼ਨ ਕਰਾਂ। ਇੱਕ ਵਾਰੀ ਆਖੀਏ ਸਤਨਾਮ। ਜਿਨ੍ਹਾਂ ਨੂੰ ਉਹਦੇ ਦਰਸ਼ਨਾਂ ਦੀ ਕੀਮਤ ਦਾ ਪਤਾ, ਸਾਨੂੰ ਤੇ ਕੀਮਤ ਦਾ ਹੀ ਨਹੀਂ ਪਤਾ। ਅਸੀਂ ਤੇ ਗੁਰੂ ਦੇ ਕੋਲ ਬੈਠੇ ਹੋਏ ਵੀ ਪਰਾਂ ਨੂੰ ਮੂੰਹ ਕਰ ਲਈਦਾ, ਸਾਨੂੰ ਨਹੀਂ ਪਤਾ ਉਹਦੇ ਦਰਸ਼ਨ ਕੀ ਨੇ। ਮਾਤਾ ਨੂੰ ਉਹਦਾ ਪਤਾ ਲੱਗਾ, ਜਿਹਨੂੰ ਜਿਸ ਤਨ ਲੱਗਾ ਸੋਈ ਜਾਣਾ। ਜਿਹਨੂੰ ਪਤਾ ਹੁੰਦਾ ਨਾ ਉਹਨੂੰ ਪਤਾ ਹੁੰਦਾ ਵੀ ਦਰਸ਼ਨ ਕੀ ਨੇ, ਸਾਨੂੰ ਤੇ ਪਤਾ ਹੀ ਨਹੀਂ ਤੇ ਸਾਨੂੰ ਪਤਾ ਕਿੱਥੋਂ ਲੱਗਣਾ। ਮਾਤਾ ਨੂੰ ਪਤਾ ਸੀ ਜਿਸ ਗੁਰੂ ਨੂੰ ਮੈਂ ਇੰਨੇ ਸਾਲ ਤੋਂ ਉਡੀਕਦੀ ਰਹੀ ਹਾਂ, ਇਹਦੇ ਦਰਸ਼ਨਾਂ ਦਾ ਮਤਲਬ ਕੀ ਹੈ। ਮੰਗ ਲਿਆ, ਕਹਿਣ ਲੱਗੀ ਜੇ ਦੇਣ ਲੱਗੇ ਹੋ ਐਸ ਪਲੰਘੇ ਤੇ ਰੋਜ਼ ਬੈਠਿਆਂ ਤੁਹਾਨੂੰ ਵੇਖਾਂ, ਜੇ ਵਰ ਦੇਣਾ ਤੇ ਫਿਰ ਮੈਨੂੰ ਇਹ ਦਿਓ, ਮੈਂ ਰੋਜ਼ ਤੁਹਾਡੇ ਦਰਸ਼ਨ ਕਰਨੇ ਕਰਾਂ। ਜਬ ਲਗ ਤਨ ਮੈਂ ਪ੍ਰਾਨ ਬਸਾਵੋ। ਤੇ ਕਿੰਨਾ ਚਿਰ, ਇੱਕ ਦਿਨ ਨਹੀਂ, 2 ਦਿਨ ਨਹੀਂ, ਮਹਾਰਾਜ ਜਿੰਨਾ ਚਿਰ ਮੇਰੇ ਇਸ ਸਰੀਰ ਦੇ ਵਿੱਚ ਸਵਾਸ ਚੱਲਦੇ ਨਾ, ਜਾਨ ਚੱਲਦੀ ਪਈ, ਜਿਉਂਦੀ ਪਈਆਂ, ਉਹਨਾਂ ਚਿਰ ਬਚਨ ਦੇ ਦਿਓ ਵੀ ਤੁਸੀਂ ਮੈਨੂੰ ਰੋਜ਼ ਦਰਸ਼ਨ ਦਿਓਗੇ। ਰੱਬ ਵਸ ਭਗਤਾਂ ਨੇ ਕੀਤਾ ਪ੍ਰੇਮ ਦੀਆਂ ਪਾ ਕੇ ਡੋਰੀਆਂ। ਕਿਸੇ ਵਿਦਵਾਨ ਨੇ ਲਿਖਿਆ ਵੀ ਭਗਤਾਂ ਨੇ ਰੱਬ ਨੂੰ ਪ੍ਰੇਮ ਦੀ ਡੋਰੀ ਨਾਲ ਬੰਨ੍ਹ ਲਿਆ।
ਤੇ ਮਾਤਾ ਬੰਨਣ ਲੱਗੀ ਹੈ ਅੱਜ ਗੁਰੂ ਨੂੰ, ਕਹਿਣ ਲੱਗੀ ਸਤਿਗੁਰੂ ਜੇ ਦੇਣ ਲੱਗੇ ਹੋ ਤੇ ਫਿਰ ਇਹ ਦੇ ਦਿਓ, ਜਿੰਨਾ ਚਿਰ ਉਮਰਾਂ ਰਹਿੰਦੀ ਹੈ ਨਾ, ਸਵਾਸ ਚੱਲਦੇ ਪਏ, ਉਹਨਾਂ ਚਿਰ ਤੁਹਾਡੇ ਦਰਸ਼ਨ ਹੁੰਦੇ ਰਹਿਣ। ਜਿਨ੍ਹਾਂ ਨੂੰ ਦਰਸ਼ਨਾਂ ਦੀ ਮਹਿਮਾ ਦਾ ਪਤਾ, ਕੀਮਤ ਦਾ ਪਤਾ, ਉਹਨਾਂ ਨੇ ਐਸੀ ਵਸਤੂ ਨੂੰ ਮੰਗਿਆ ਹੈ। ਇਹੀ ਆਸ ਮੇਰੀ ਸੋ ਦੀਜੈ, ਮੇਰੀ ਇਹ ਆਸ ਹੈ, ਜੇ ਦੇਣ ਲੱਗੇ ਹੋ ਤੇ ਫਿਰ ਇਹ ਦਿਓ। ਤੇ ਮਾਤਾ ਸਾਹਿਬ ਕੌਰ ਜੀਆਂ ਨੇ ਵੀ ਮੰਗਿਆ ਸੀ 10ਵੇਂ ਪਾਤਸ਼ਾਹ ਤੋਂ, ਮਹਾਰਾਜ ਮੈਨੂੰ ਇਹ ਬਖਸ਼ਿਸ਼ ਦਿਓ ਵੀ ਮੈਂ ਤੁਹਾਡੇ ਦਰਸ਼ਨ ਕਰਦੀ ਰਵਾਂ, ਕਿਉਂਕਿ ਮੇਰਾ ਪ੍ਰਣ ਹੈ, ਮੈਂ ਮੂੰਹ ਦੇ ਵਿੱਚ ਅੰਨ ਉਦੋਂ ਪਾਉਂਦੀ ਹਾਂ ਜਦੋਂ ਤੁਹਾਡੇ ਦਰਸ਼ਨ ਕਰਦੀ ਹਾਂ। ਵਾਹਿਗੁਰੂ। ਤੇ ਹੁਣ ਤੁਸੀਂ ਮੈਨੂੰ ਦਿੱਲੀ ਜਾਣ ਵਾਸਤੇ ਕਹਿੰਦੇ ਪਏ ਹੋ, ਆਪ ਇੱਥੇ ਰਹਿਣਾ ਚਾਹੁੰਦੇ ਹੋ, ਪਰ ਇਹ ਬਖਸ਼ਿਸ਼ ਕਰ ਦਿਓ, ਬਚਨ ਕਰ ਦਿਓ ਵੀ ਤੁਹਾਡੇ ਦਰਸ਼ਨ ਹੁੰਦੇ ਰਹਿਣ, ਤੇ ਮੈਂ ਤਾਂ ਆਪਣੇ ਮੂੰਹ ਵਿੱਚ ਅੰਨ ਪਾਵਾਂਗੀ। ਤੇ ਭਾਈ ਗੁਰਬਖਸ਼ ਸਿੰਘ ਜੀਆਂ ਨੇ ਵੀ ਇਹੋ ਹੀ ਮੰਗਿਆ ਸੀ 10ਵੇਂ ਪਾਤਸ਼ਾਹ ਦੇ ਕੋਲੋਂ। ਬਾਬਾ ਬੁੱਢਾ ਸਾਹਿਬ ਦੀ ਕੁੱਲ ਵਿੱਚ ਉਹ ਸਨ, ਨਾਮ ਸੀ ਭਾਈ ਰਾਮ ਕੋਇਰ, ਅੰਮ੍ਰਿਤ ਛਕ ਕੇ ਬਣ ਗਿਆ ਗੁਰਬਖਸ਼ ਸਿੰਘ। ਤੇ ਮਹਾਰਾਜ ਕਹਿੰਦੇ ਮੰਗ ਕੀ ਚਾਹੀਦਾ? ਕਹਿੰਦੇ ਮਹਾਰਾਜ ਮੈਨੂੰ ਇਹ ਚਾਹੀਦਾ ਤੁਹਾਡੇ ਦਰਸ਼ਨ ਹੋਣ। ਤੇ ਮਹਾਰਾਜ ਕਹਿਣ ਲੱਗੇ ਜਦੋਂ ਤੂੰ ਚਾਹਵੇਂਗਾ ਨਾ, ਮਨ ਵਿੱਚ ਸੋਚੇਂਗਾ ਸਾਡੇ ਦਰਸ਼ਨ, ਉਦੋਂ ਹੀ ਤੇਰੇ ਸਾਹਮਣੇ ਅਸੀਂ ਆ ਜਾਵਾਂਗੇ। ਮਾਲਕ ਦਾ ਚੌਂਕੀਦਾਰ ਤੇ ਚੌਂਕੀਦਾਰ ਹੁੰਦਾ ਹੈ, ਪਰ ਇੱਥੇ ਦੁਨੀਆ ਦਾ ਮਾਲਕ ਸਿੱਖ ਦਾ ਚੌਂਕੀਦਾਰ ਬਣ ਗਿਆ। ਜਦੋਂ ਯਾਦ ਕਰੇਂਗਾ ਮੈਂ ਦੁਨੀਆ ਦੇ ਕੰਮ ਛੱਡ ਕੇ ਤੇਰੇ ਕੋਲ ਆ ਜਾਵਾਂਗਾ। ਤੇ ਸਤਿਗੁਰੂ ਜਦੋਂ ਸੱਚਖੰਡ ਚਲੇ ਗਿਆ ਨਾ 10ਵੇਂ ਪਾਤਸ਼ਾਹ ਮਹਾਰਾਜ, ਸੱਚਖੰਡ ਜਾਣ ਤੋਂ ਮਗਰੋਂ 30 ਸਾਲ ਉਹ ਸਿੱਖ ਨੂੰ ਮਹਾਰਾਜ ਦਰਸ਼ਨ ਦਿੰਦੇ ਰਹੇ। ਜਿੰਨਾ ਚਿਰ ਉਹ ਜਿਉਂਦਾ ਰਿਹਾ ਅੰਤ ਤੱਕ ਮਹਾਰਾਜ ਦੇ ਦਰਸ਼ਨ ਕਰਦਾ ਰਿਹਾ। ਮਾਤਾ ਨੇ ਮੰਗ ਲਿਆ, ਕਹਿਣ ਲੱਗੇ ਸਤਿਗੁਰੂ ਦੇਣ ਲੱਗੇ ਹੋ, ਅੰਤ ਤੱਕ ਤੁਹਾਡੇ ਦਰਸ਼ਨ ਹੋਣ, ਇਹ ਮੈਨੂੰ ਵਰ ਬਖਸ਼ਿਸ਼ ਕਰੋ। ਨਿਤ ਦਰਸ਼ਨ ਦੇ ਕਰ ਹਰਖੀਜੈ, ਮੈਂ ਤੁਹਾਡੇ ਦਰਸ਼ਨ ਕਰ ਕਰਕੇ ਖੁਸ਼ ਹੋਣਾ ਕਰਾਂ। ਸੁਨ ਅਦਭੁਤ ਬਾਣੀ ਤਿਸਕੇਰੀ। ਮਹਾਰਾਜ ਨੇ ਸੁਣੇ ਬਚਨ ਵੀ ਮਾਤਾ ਨੇ ਤੇ ਬੜੀ ਵੱਡੀ ਦਾਤ ਮੰਗੀ, ਅਸੀਂ ਸੋਚਿਆ ਵੀ ਪਦਾਰਥ ਮੰਗੇਗੀ। ਇੰਨੀ ਵੱਡੀ ਦਾਤ ਸੁਣ ਕੇ ਅਦਭੁਤ ਦੁਨੀਆ ਨਾਲੋਂ ਵੱਖਰੀ ਚੀਜ਼ ਮੰਗ ਲਈ ਹੈ ਵੀ ਤੁਹਾਡੇ ਕੇਵਲ ਦਰਸ਼ਨ ਚਾਹੀਦੇ ਨੇ। ਤੇ ਭਗਤਾਂ ਨੇ ਲਿਖਿਆ ਤੇ ਹੈਗਾ, ਸਗਲ ਭਵਨ ਕੇ ਨਾਇਕਾ ਇੱਕ ਛਿਣ ਦਰਸ ਦਿਖਾਏ ਜੀ। ਛਿਣ ਕਿੰਨਾ ਕੁ ਹੈ? ਜਦੋਂ ਬੱਦਲਾਂ ਦੇ ਵਿੱਚ ਬਿਜਲੀ ਚਮਕਾਰਾ ਮਾਰ ਕੇ ਛੁਪ ਜਾਂਦੀ ਹੈ। ਤੇ ਜੇ ਕੋਈ ਬੰਦਾ ਸੋਚੇ ਵੀ ਉਹ ਬੱਦਲਾਂ ਦੀ ਬਿਜਲੀ ਦੇ ਨਾਲ ਮੈਂ ਚਾਦਰ ਕੱਢ ਲਵਾਂ, ਦਵਾ ਦਵ ਤੇ ਕੱਢ ਸਕਦਾ ਨਹੀਂ, ਨਿਕਲਣੀ। ਚਾਦਰ ਫੜਨ ਤੋਂ ਪਹਿਲਾਂ ਚਮਕਾਰਾ ਮਾਰ ਕੇ ਤੇ ਚਲੇ ਗਈ ਹੈ। ਜੇ ਕੋਈ ਬੰਦਾ ਆਖੇ ਵੀ ਪ੍ਰਸ਼ਾਦਾ ਬਣਾ ਲਾਂਗਾ, ਆਟਾ ਗੁੰਨ ਲਾਂਗਾ, ਕੋਈ ਕੰਮ ਕਰ ਲਾਂਗਾ, ਬੱਦਲਾਂ ਦੀ ਬਿਜਲੀ ਦੇ ਨਾਲ ਤੇ ਕੁਝ ਨਹੀਂ ਹੋਣਾ। ਤੇ ਭਗਤਾਂ ਨੇ ਇੰਨਾ ਹੀ ਦਰਸ਼ਨ ਮੰਗਿਆ, ਕਹਿਣ ਲੱਗੇ ਬਹੁਤਾ ਰੱਬਾ ਜੇ ਤੇਰੇ ਕੋਲ ਸਮਾਂ ਨਹੀਂ ਤੇ ਕੋਈ ਗੱਲ ਨਹੀਂ, ਬਸ ਇੰਨਾ ਹੀ ਦੇ ਦੇ ਵੀ ਚਮਕਾਰਾ ਦੇ ਕੇ ਹੀ ਚਲਾ ਜਾ ਤੇ ਮੇਰਾ ਤੇ ਇੰਨੇ ਨਾਲ ਹੀ ਨਿਹਾਲ ਹੋ ਜਾਵਾਂ। ਜਿਨ੍ਹਾਂ ਨੂੰ ਪ੍ਰੇਮ ਬਣਿਆ, ਭਾਵਨਾ ਬਣੀ, ਐਸੀਆਂ ਦਾਤਾਂ ਮੰਗਦੇ ਨੇ। ਮਾਤਾ ਨੇ ਮੰਗ ਲਿਆ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸੁਣ ਕੇ ਇਹੋ ਜਿਹਾ ਵਰ ਵੀ ਇਹ ਮਾਤਾ ਨੇ ਕੀ ਮੰਗਿਆ ਫਿਰ ਉਸ ਵੇਲੇ? ਕਿਰਪਾ ਦ੍ਰਿਸ਼ਟ ਤੇ ਸਤਿਗੁਰ ਹੇਰੀ। ਸਤਿਗੁਰਾਂ ਨੇ ਨਾ ਫਿਰ ਮਿਹਰ ਦੀ ਨਜ਼ਰ ਦੇ ਨਾਲ ਤੱਕਿਆ। ਤੱਕਦੇ ਤੇ ਸਤਿਗੁਰੂ ਸਾਰਿਆਂ ਨੂੰ ਨੇ, ਪਰ ਕਿਸੇ ਤੇ ਵਿਸ਼ੇਸ਼ ਕਿਰਪਾ ਕਰਦੇ ਨੇ। ਸੇਵਕ ਸਿੱਖ ਪੂਜਨ ਸਭ ਆਵੈ, ਸਭ ਗਾਵੈ ਹਰ ਹਰ ਊਤਮ ਬਾਣੀ। ਗਾਵਿਆ ਸੁਣਿਆ ਤਿੰਨ ਕਾ ਹਰ ਥਾਏ ਪਾਵੈ। ਬਾਣੀ ਤੇ ਬੜੀ ਦੁਨੀਆ ਪੜ੍ਹਦੀ ਪਈ ਹੈ, ਹਿੰਦੂ ਵੀ ਪੜ੍ਹਦੇ, ਮੁਸਲਮਾਨ ਵੀ ਪੜ੍ਹਦੇ, ਸਿੱਖ ਵੀ ਪੜ੍ਹਦੇ, ਈਸਾਈ ਜੈਨੀ ਬੋਧੀ ਸਾਰੇ ਹੀ ਪੜ੍ਹਦੇ। ਕੋਈ ਦਿਨੇ ਪੜ੍ਹਦਾ, ਕੋਈ ਰਾਤ ਪੜ੍ਹਦਾ, ਬੜੇ ਬੜੇ ਲੋਕਾਂ ਨੇ ਨਿਯਮ ਬਣਾਏ ਹੋਏ। ਪਰ ਮਹਾਰਾਜ ਕਹਿਣ ਲੱਗੇ ਗਾਵਿਆ ਸੁਣਿਆ ਤਿੰਨ ਕਾ ਹਰ ਥਾਏ ਪਾਵੈ। ਥਾਂ ਉਹਨਾਂ ਦਾ ਪੈਣਾ, ਸਫਲਾ ਉਹਨਾਂ ਦਾ ਹੋਣਾ। ਮਹਾਰਾਜ ਕਿਹਨਾਂ ਦਾ? ਜਿਨ ਸਤਿਗੁਰ ਕੀ ਆਗਿਆ ਸਤ 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 ਕਰ ਮੰਨ। ਜਿਨ੍ਹਾਂ ਨੇ ਮਨ ਕਰਕੇ ਆਖਿਆ ਠੀਕ ਹੈ, ਬਾਣੀ ਕਰਕੇ ਆਖਿਆ, ਸਰੀਰ ਕਰਕੇ ਆਖਿਆ ਠੀਕ ਹੈ। ਜਿਨ੍ਹਾਂ ਨੇ ਹੁਕਮ ਮੰਨਿਆ, ਗਾਵਿਆ ਵੀ ਥਾਂ ਉਹਨਾਂ ਦਾ ਹੀ ਪੈਣਾ, ਉਹਦੀ ਰਜਾ ਵਿੱਚ ਰਹਿਣ ਵਾਲੇ ਥਾਂ ਪੈਣਗੇ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਉਸ ਵੇਲੇ ਨਾ ਮਿਹਰ ਦੀ ਨਜ਼ਰ ਦੇ ਨਾਲ, ਜਿਹਨੂੰ ਆਪਾਂ ਗੁਰਬਾਣੀ ਵਿੱਚ ਕਹਿੰਦੇ ਆ ਕਿਰਪਾ ਕਟਾਖ ਅਵਲੋਕਨ ਕੀਨੋ। ਕਿਰਪਾ ਕਟਾਖ ਤੋਂ ਭਾਵ ਹੁੰਦਾ ਮਿਹਰ ਦੀ ਨਜ਼ਰ, ਬਖਸ਼ਿਸ਼ ਵਾਲੀ, ਕਿਰਪਾ ਵਾਲੀ ਦ੍ਰਿਸ਼ਟੀ ਨਾਲ ਮਹਾਰਾਜ ਨੇ ਤੱਕਿਆ ਮਾਤਾ ਦੇ ਵੱਲ ਮਿਹਰ ਕਰਨ ਵਾਸਤੇ। ਦੁਰਲਭ ਵਰ ਜਾਚਨ ਕੋ ਕੀਨਾ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮਾਤਾ ਜਿਹੜਾ ਵਰ ਤੂੰ ਮੰਗਿਆ ਦੁਨੀਆ ਵਿੱਚ ਕਿਸੇ ਨਹੀਂ ਮੰਗਿਆ। ਬੜਾ ਵੱਡਾ ਦੁਰਲਭ, ਨਾ ਲੱਭਣ ਵਾਲਾ, ਨਾ ਮਿਲਣ ਵਾਲਾ। ਰੱਬ ਨੂੰ ਆਪਣੇ ਸਾਹਮਣੇ ਹਰ ਵੇਲੇ ਹਾਜ਼ਰ ਨਾਜ਼ਰ ਵੇਖਣਾ ਸੌਖੀ ਬਾਤ ਹੈ। ਸਾਡੇ ਤੇ ਸੰਗ ਸਾਥ ਜਿਹੜਾ ਜੰਮਿਆ, ਜਿਹਦੇ ਨਾਲ ਅਸੀਂ ਖੇਡੇ ਹਾਂ, ਪੜ੍ਹੇ ਹਾਂ, ਉਹ ਨਹੀਂ ਹਰ ਵੇਲੇ ਨਾਲ ਰਹਿੰਦਾ। ਇੱਕ ਦੁਨੀਆ ਦਾ ਬੰਦਾ ਹੈ ਤੇ ਪਰ ਰੱਬ ਨੂੰ ਹਰ ਵੇਲੇ ਨਾਲ ਪਾਉਣਾ ਨਿੱਕੀ ਗੱਲ ਨਹੀਂ ਹੈ।
ਪਾਤਸ਼ਾਹ ਕਹਿੰਦੇ ਬੜੀ ਵੱਡੀ ਦਾਤ ਮੰਗੀ ਹੈ। ਪ੍ਰੇਮ ਦੇਖ ਕਰ ਸੋ ਮੈਂ ਦੀਨਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਏਡਾ ਵੱਡਾ ਬਚਨ ਤੇ ਅਸੀਂ ਕਿਸੇ ਨੂੰ ਦਿੰਦੇ ਨਹੀਂ, ਪਰ ਤੇਰੇ ਪ੍ਰੇਮ ਦੇ ਅੱਗੇ ਅਸੀਂ ਅੱਜ ਝੁਕ ਗਏ ਆ। ਜੇ ਤੂੰ ਇੰਨੀ ਭਾਵਨਾ ਨਾਲ ਸਾਨੂੰ ਯਾਦ ਕੀਤਾ ਤੇ ਜਾਓ ਫਿਰ ਤੁਹਾਨੂੰ ਬਚਨ ਦਿੱਤੇ, ਜਿੰਨਾ ਚਿਰ ਤੁਹਾਡਾ ਸਰੀਰ ਰਹੇਗਾ ਉਹਨਾਂ ਚਿਰ ਤੁਹਾਨੂੰ ਦਰਸ਼ਨ ਦਿੰਦੇ ਰਵਾਂਗੇ। ਇੱਕ ਵਾਰੀ ਆਖੀਏ ਸਤਨਾਮ। ਇਹ ਹੈ ਜਿਨ੍ਹਾਂ ਨੂੰ ਪ੍ਰਾਪਤੀਆਂ ਹੋਈਆਂ, ਜਿਨ੍ਹਾਂ ਨੇ ਪ੍ਰਾਪਤੀਆਂ ਕੀਤੀਆਂ। ਸਤਿਗੁਰੂ ਪਾਤਸ਼ਾਹ ਕਹਿੰਦੇ ਤੈਨੂੰ ਬਚਨ ਦਿੱਤਾ ਮਾਤਾ, ਤੈਨੂੰ ਦਰਸ਼ਨ ਦਿੰਦੇ ਰਵਾਂਗੇ। ਵਸਤੂ ਤੇ ਦੁਰਲਭ ਮੰਗੀ ਹੈ, ਜਿਹੜੀ ਕਿਸੇ ਨਹੀਂ ਮੰਗੀ, ਨਾ ਕਿਸੇ ਨੂੰ ਮਿਲਣੀ ਹੈ, ਪਰ ਤੇਰੀ ਭਾਵਨਾ ਦੇ ਅੱਗੇ ਅਸੀਂ ਬਚਨ ਦਿੰਦੇ ਹਾਂ। ਜਬ ਇਸ਼ਨਾਨ ਕਰ ਠਾਨੈ ਧਿਆਨ। ਸਤਿਗੁਰੂ ਦੱਸਣ ਲੱਗੇ ਕਦੋਂ ਦਰਸ਼ਨ ਦੇਵਾਂਗੇ। ਮਹਾਰਾਜ ਕਹਿੰਦੇ ਜਦੋਂ ਅੰਮ੍ਰਿਤ ਵੇਲੇ ਉੱਠੇਗੀ ਨਾ ਮਾਤਾ, ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਨ ਤੋਂ ਪਹਿਲਾਂ, ਨਾਮ ਜਪਣ ਤੋਂ ਪਹਿਲਾਂ ਇਸ਼ਨਾਨ ਕਰੇਂਗੀ, ਤੇ ਇਸ਼ਨਾਨ ਕਰਕੇ ਜਦੋਂ ਚੌਂਕੜਾ ਮਾਰ ਕੇ ਬੈਠੇਂਗੀ, ਸਾਡਾ ਧਿਆਨ ਧਾਰੇਂਗੀ, ਸਾਨੂੰ ਯਾਦ ਕਰੇਂਗੀ। ਪਾਤਸ਼ਾਹ ਕਹਿੰਦੇ ਫਿਰ ਉਸ ਵੇਲੇ ਤਬ ਉਰ ਦੇਵਾਂ ਦਰਸ਼ਨ ਆਨ। ਤੇਰੇ ਹਿਰਦੇ ਵਿੱਚ ਉਦੋਂ ਹੀ ਅਸੀਂ ਪ੍ਰਗਟ ਹੋ ਜਾਵਾਂਗੇ, ਤੈਨੂੰ ਸਾਖਿਆਤ ਆ ਕੇ ਦਰਸ਼ਨ ਦੇਵਾਂਗੇ। ਜਦੋਂ ਤੂੰ ਚੌਂਕੜਾ ਮਾਰ ਕੇ ਅੰਮ੍ਰਿਤ ਵੇਲੇ ਬੈਠ ਕੇ ਸਾਨੂੰ ਯਾਦ ਕਰੇਂਗੀ, ਅਸੀਂ ਪੱਕਾ ਨਿਯਮ ਬਣਾ ਲਿਆ ਵੀ ਕਿਤੇ ਵੀ ਹੋਵਾਂਗੇ, ਪਰ ਤੇਰੇ ਸਾਹਮਣੇ ਆ ਕੇ ਅਸੀਂ ਦਰਸ਼ਨ ਬਖਸ਼ਿਸ਼ ਕਰਾਂਗੇ। ਬਸੀ ਪ੍ਰੇਮ ਕੇ ਹੋਏ ਗੁਣ ਖਾਨੀ। ਉਹਨਾਂ ਦੀ ਖਾਨ ਨੇ ਮਹਾਰਾਜ ਪ੍ਰੇਮ ਦੇ ਵਸੀਕਾਰ ਹਨ। ਦੀਨਸ ਦਾਨ ਜਾਚਨਾ ਜਾਨੀ। ਜਿੰਨੇ ਜੋ ਜਾਚਨਾ ਕੀਤੀ ਹੈ, ਜੋ ਭਾਵਨਾ ਨਾਲ ਮੰਗਿਆ ਫਿਰ ਮਿਲਿਆ ਨਾ। ਹੁਣ ਮਾਤਾ ਦੀ ਭਾਵਨਾ ਵੀ ਤੇ ਬੜੀ ਹੈ ਨਾ। ਬਾਜ਼ਾਰੋਂ ਰੂਈ ਲੈ ਕੇ ਆਈ ਹੈ, ਹੱਥਾਂ ਨਾਲ ਕੱਤਦੀ ਰਹੀ ਹੈ, ਫਿਰ ਉਹਦੇ ਬਸਤਰ ਬਣਾਏ ਨੇ, ਪਲੰਘਾ ਬਣਾ ਕੇ ਰੱਖ ਛੱਡਿਆ। ਗੁਰੂ 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 ਦਾ ਜਾਪ ਹਰ ਵੇਲੇ ਕਰਦੀ ਰਹੀ ਹੈ। ਮਿਹਨਤ ਮਸ਼ੱਕਤ ਵੀ ਬੜੀ ਹੈ, ਤੇ ਪਰਮਾਤਮਾ ਇਹੋ ਜਿਹਾ ਹੈ, ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ। ਗੁਰੂ ਕਿਆ ਸਿੱਖਾ ਦੇ ਇੱਕ ਕਦਮ ਵੀ ਚੱਲਿਆ ਨਾ ਗੁਰੂ ਦੇ ਘਰ ਨੂੰ, ਤੇ ਇਹ ਨਾ ਸੋਚੀ ਵੀ ਮੇਰਾ ਨਿਸਫਲ ਹੋ ਗਿਆ। ਉਹ ਤੇਰੇ ਇੱਕ ਕਦਮ ਦਾ ਫਲ ਵੀ ਤੈਨੂੰ ਮਿਲ ਜਾਣਾ। ਐਸੀ ਹੈ ਸੰਗਤ, ਐਸਾ ਹੈ ਗੁਰੂ, ਐਸੀ ਹੈ ਬਖਸ਼ਿਸ਼। ਮਹਾਰਾਜ ਕਹਿਣ ਲੱਗੇ ਜੋ ਤੂੰ ਕਿਹਾ ਮੰਗਿਆ ਉਹ ਤੈਨੂੰ ਮਿਲ ਗਿਆ ਹੈ। ਦਿਓ ਆਨੰਦ ਤੈ ਸਰਬ ਪ੍ਰਕਾਰ। ਤੇ ਸਤਿਗੁਰਾਂ ਨੇ ਸਾਰੇ ਆਨੰਦ ਬਖਸ਼ਿਸ਼ ਕੀਤੇ ਹਨ। ਜਗ ਸਾਗਰ ਤੇ ਕਰਿਓ ਉਧਾਰ। ਮਾਤਾ ਦਾ ਭਲਾ ਕੀਤਾ, ਸੰਸਾਰ ਸਮੁੰਦਰ ਤੋਂ ਤਾਰ ਦਿੱਤਾ। ਜਿਹਨੂੰ ਦਰਸ਼ਨ ਹੀ ਹੋ ਗਏ ਉਹ ਸੰਸਾਰ 'ਚ ਫਿਰ ਡੁੱਬੇਗਾ ਨਹੀਂ, ਤਰ ਜਾਂਦਾ ਹੈ। ਬੜ ਭਾਗਾ ਹਰਖੀ ਬਰ ਪਾਏ। ਇਹ ਮਾਤਾ ਜਿਹੜੀ ਹੈ ਨਾ, ਬਲਾਕੀ ਦਾਸ ਦੀ ਮਾਂ, ਢਾਕਾ ਸ਼ਹਿਰ ਦੇ ਵਿੱਚ ਬੜੀ ਖੁਸ਼ ਹੋਈ, ਬੜੀ ਪ੍ਰਸੰਨ ਹੋਈ ਮਹਾਰਾਜ ਦੇ ਦਰਸ਼ਨ ਪਾ ਕੇ। ਬਾਰ ਬਾਰ ਬਲਿਹਾਰੀ ਜਾਏ। ਸਤਿਗੁਰਾਂ ਤੋਂ ਕੁਰਬਾਨ ਜਾਂਦੀ, ਸਦਕੇ ਜਾਂਦੀ ਹੈ। ਜਿਸ ਕੋ ਪ੍ਰੇਮ ਗੁਰੂ ਮਨ ਮਾਨੇ। ਜਿਹਦਾ ਪ੍ਰੇਮ, ਜਿਸ ਕੋ ਪ੍ਰੇਮ ਗੁਰੂ ਮਨ ਮਾਨੈ, ਜਿਸ ਦਾ ਮਨ ਗੁਰੂ ਦੇ ਪ੍ਰੇਮ ਦੇ ਉੱਪਰ ਮੰਨ ਜਾਂਦਾ ਹੈ। ਕਿਉਂ ਨਾ ਹੋਏ ਤਿਸ ਕੋ ਕਲਿਆਣ। ਕਵੀ ਜੀ ਕਹਿੰਦੇ ਉਹਦੀ ਮੁਕਤੀ ਕਿਉਂ ਨਹੀਂ ਹੋਵੇਗੀ। ਗੱਲ ਤੇ ਆ ਵੀ ਮਨ ਮੰਨਣਾ ਚਾਹੀਦਾ, ਸਾਡਾ ਮਨ ਨਹੀਂ ਨਾ ਮੰਨਦਾ। ਮਨ ਸਾਡਾ ਬਾਂਦਰ ਵਰਗਾ ਹੈ, ਕਦੇ ਇੱਧਰ ਨੂੰ ਛਾਲ ਮਾਰ ਕੇ, ਕਦੇ ਉੱਧਰ ਨੂੰ ਛਾਲ ਮਾਰ ਕੇ। ਕਬਹੂ ਜੀੜਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੇ। ਕਦੇ ਥੱਲੇ ਨੂੰ, ਕਦੇ ਥਾਂ, ਇੱਕ ਥਾਂ ਤੇ ਖਲੋਂਦਾ ਹੀ ਨਹੀਂ ਹੈ। ਮਨ ਮੰਨਦਾ ਨਹੀਂ, ਰੱਬ ਮਿਲਦਾ ਨਹੀਂ। ਪਰ ਜਿਨ੍ਹਾਂ ਦਾ ਮਨ ਮੰਨ ਗਿਆ ਨਾ, ਉਹਨਾਂ ਦੀ ਫਿਰ ਕਲਿਆਣ ਕਿਉਂ ਨਹੀਂ ਹੋਵੇਗੀ, ਉਹਨਾਂ ਦੀ ਮੁਕਤੀ ਕਿਉਂ ਨਹੀਂ ਹੋਵੇਗੀ। ਜ਼ਰੂਰ ਬਾਰ ਜ਼ਰੂਰ ਹੋ ਜਾਂਦੀ ਹੈ। ਦੋਹਰਾ ਨਾਮ ਬਲਾਕੀ ਦੋ ਦਾਸ ਜੋ ਬੜੋ ਮਸੰਦ ਸੋ ਦੇਸ਼। ਇਹ ਸਾਰੇ ਦੇਸ਼ ਦਾ ਜਿਹੜਾ ਗੁਰੂ ਕਾ ਸਿੱਖ ਪ੍ਰਚਾਰਕ ਹੈ ਨਾ, ਗ੍ਰਾਹੀ ਕਰਨ ਵਾਲਾ ਬਲਾਕੀ ਦਾਸ, ਬਹੁਤ ਵੱਡਾ ਪਸੰਦ ਹੈ। ਉਤੀ ਨਗਰ ਕੀ ਸੰਗਤਾਂ ਲੀਨ ਸਕੇਲ ਅਸ਼ੇਸ਼। ਪਤਾ ਵੀ ਹੁਣ ਮੇਰੇ ਘਰੇ ਗੁਰੂ ਆਏ ਨੇ, ਮੈਂ ਆਪ ਵੀ ਦਰਸ਼ਨ ਕਰਦਾ ਪਿਆ। ਜਿਨ੍ਹਾਂ ਦੇ ਕੋਲੋਂ ਮੈਂ ਗ੍ਰਾਹੀ ਲੈਂਦਾ ਹਾਂ, ਜਿਨ੍ਹਾਂ ਨੂੰ ਗੁਰੂ ਦੇ ਬਚਨ ਸੁਣਾਉਂਦਾ ਹਾਂ, ਮੈਂ ਉਹਨਾਂ ਨੂੰ ਵੀ ਦਰਸ਼ਨ ਕਰਾਵਾਂ। ਇਹਨੇ ਢਾਕੇ ਨਗਰ ਦੀ ਸੰਗਤ ਇਕੱਠੀ ਕਰ ਲਈ ਸਾਰੀ, ਹੋਕਾ ਦੇ ਕੇ, ਕਹਿ ਕੇ ਉਸ ਵੇਲੇ ਕਿ ਮਹਾਰਾਜ ਆਏ।